अस्सलाम वालेकुम। प्रोग्राम जुर्म अंजाम के साथ मैं हूं मुजाहिद शेख। आज के प्रोग्राम में हम आपको दिखाएंगे कि थाना सुंदर की हदूद में अपनी हामला बीवी को कत्ल करने वाला मुलजिम कौन है। इतना सफाक कातिल कौन हो सकता है जो अपनी बीवी को भी कत्ल करता है और 5 माह की हामला औरत के साथ इस तरह का जुल्म करने वाला मुलजिम कौन है। ये सब कुछ दिखाएंगे आज के इस प्रोग्राम में। कत्ल कित्थे कीता ले जाके? कत्ल मैं रिंग रोड दी एंड वाली साइड ते गड्डी ते लेके गया हूं। किदी गड्डी सी? गड्डी उत्थे दी सी असलम चट्ठा साहब और जिन्हें को ड्राइवर सन हाँ जी ड्राइवर ਉਹਨਾਂ ਦੀ ਗੱਡੀ ਲੈ ਗਿਆ। हाँ जी ਤੇਰੇ ਨਾਲ ਗਈ, ਕਿਹਦੇ ਨਾਲ ਗਲਾ ਕੱਟਿਆ ਉਹਦਾ? छुरी दे नाल कटिया ਸੁੱਟ ਕੇ ਤੇ ਤੂੰ ਘਰ ਚਲਾ ਗਿਆ। ਉਹਨਾਂ ਨੂੰ ਗੱਡੀ ਦਿੱਤੀ ਤੇ ਕਿੰਨੇ ਦਿਨ ਬਾਅਦ ਫੜਿਆ ਗਿਆ? करीबन कोई 23 दिनों बाद। बहुत सारी जो वजूहत है कि एक ट्रस्ट करना नहीं सोशली सिखाया जाता अपोजिट जेंडर के ऊपर। हम डाउट्स पैदा करते हैं, बताते हैं बाकायदा तौर पे मर्दों पे एतबार नहीं करना या औरतों पे एतबार नहीं करना। जब आप डाउट्स लोगों को सिखाते हैं तो वो एतबार कैसे कर सकते हैं? साइकोलॉजिकल एस्पेक्ट्स में एक बंदा जिसको पैरानोया होता है, पैरानोया का मतलब ये होता है कि वो बंदा जिसको शक करने की बीमारी होती है। थाना सुंदर की हदूद में अपनी हामला बीवी को कत्ल करने वाला मुलजिम जो है वो सुंदर पुलिस ने गिरफ्तार कर लिया। किस तरह इसने कत्ल की वारदात की, क्यों बीवी को कत्ल किया, तमाम तफसील इससे जानते हैं। की नाम है भी तेरा? मोहम्मद शहजाद। मोहम्मद शहजाद कित्थे दा रहने वाला है? मैं चिश्तियाँ भावन नगर चिश्तियां दा रहने वाला है ते लाहौर की करना से? लाहौर में बैरिया टाउन ਦੇ ਵਿੱਚ ਡਰਾਈਵਿੰਗ ਕਰਦਾ ਸੀਗਾ। किदे कोल ड्राइविंग करना से? ਤੇ ਨਾਸਿਰ ਮਹਿਮੂਦ ਸਾਹਿਬ ਹੈਗੇ ਨੇ ਉੱਥੇ। नासिर महमूद को? ਜੀ अच्छा ते किन्नी तनख्वाह सी? ਉੱਥੇ ਉਸ ਟਾਈਮ ਲੈ ਰਿਹਾ ਸੀ ਮੈਂ ਤਕਰੀਬਨ 19000 ਰੁਪਏ ਤਨਖਾਹ। 20000 रुपया? ਜੀ 20000 20000 रुपये रह रहे सन। ਤੇ ਲਾਹੌਰ ਡਰਾਈਵਰੀ ਦੇ ਵਾਸਤੇ ਰਹਿਣਾ ਵੀ ਉੱਥੇ ਹੀ ਸੀ, ਬੈਰੀਆ ਟਾਊਨ ਵਿੱਚ ਰਹਿੰਦਾ ਸੀ। ਬੈਰੀਆ ਟਾਊਨ। ਰੈਸ਼ ਵੀ ਉਹਨਾਂ ਨੇ ਦਿੱਤੀ ਸੀ। ਰਿਹਾਇਸ਼ ਵੀ ਉਹਨਾਂ ਦੀ ਤੇ ਜਿਹੜੀ ਤੇਰੀ ਬੀਵੀ ਸੀ ਉਹਦਾ ਕੀ ਨਾਮ ਸੀ? ਜ਼ੁਨੈਰਾ ਬੇਬੀ। ਜ਼ੁਨੈਰਾ ਤੇਰੀ ਕਿਸ ਤਰ੍ਹਾਂ ਵਾਕਫ ਬਣੀ? ਉਹ ਘਰ 'ਚ ਕੰਮ ਕਰਦੀ ਸੀ? ਹਾਂਜੀ ਉਸ ਘਰ ਦੇ ਵਿੱਚ ਕੰਮ ਕਰਦਾ। ਦੱਸ ਕਿਸ ਤਰ੍ਹਾਂ ਮੁਲਾਕਾਤ ਹੋਈ ਤੇ ਮੁਹੱਬਤ ਕਿਸ ਤਰ੍ਹਾਂ ਹੋਈ ਤੇ ਸ਼ਾਦੀ ਕਿਸ ਤਰ੍ਹਾਂ ਹੋਈ? ਮੁਹੱਬਤ ਇਸ ਤਰ੍ਹਾਂ ਹੀ ਹੋਈ ਕਿ ਉਹਨੇ ਮੈਨੂੰ ਖੁਦ ਹੀ ਜਿਹੜਾ ਨਾ ਲੈਟਰ ਲਿਖ ਕੇ ਪ੍ਰਪੋਜ਼ ਕੀਤਾ ਸੀਗਾ। ਉਹਦੇ ਤੋਂ ਬਾਅਦ ਸਾਡਾ ਜਿਹੜੀ ਗੱਲਬਾਤ ਸ਼ੁਰੂ ਹੋ ਗਈ। ਅੱਛਾ, ਖਤ ਵੀ ਲਿਖ ਲੈਂਦੀ ਸੀ? ਪੜ੍ਹੀ ਲਿਖੀ ਸੀ? ਨਹੀਂ ਇੰਨੀ ਪੜ੍ਹੀ ਲਿਖੀ ਨਹੀਂ ਸੀ, ਬਸ ਮਾੜਾ ਮੋਟਾ ਹੀ ਪੜ੍ਹ ਲਿਖ ਫਿਰ ਲੈਂਦੀ ਸੀ। ਲੈਟਰ ਲਿਖ ਕੇ ਤੈਨੂੰ ਪ੍ਰਪੋਜ਼ ਕਰਤਾ? ਪ੍ਰਪੋਜ਼ ਕਰ ਦਿੱਤਾ ਉਹਨੇ। ਅੱਛਾ, ਕਿਸੇ ਹੋਰ ਕੋ ਖਤ ਲਿਖਵਾਇਆ ਸੀ? ਕਿਸੇ ਹੋਰ ਕੋਲ ਹੀ ਲਿਖਵਾਇਆ ਸੀਗਾ। ਕਿਹਦੇ ਸਾਹਮਣੇ ਕੋਲੋਂ? ਲੜਕਾ ਹੈਗਾ ਸੀ ਇੱਕ ਗਲੀ ਦਾ, ਉਹਦੇ ਕੋਲ ਲਿਖਵਾਇਆ ਅੱਛਾ, ਸੀ। ਕਿਸੇ ਲੜਕੇ ਕੋਲੋਂ ਖਤ ਲਿਖਵਾਇਆ? ਹਾਂਜੀ ਇਸ ਗੱਲ ਤੇ ਦਾ ਤੈਨੂੰ ਪਤਾ ਸੀ ਉਦੋਂ ਕਿ ਲੜਕੇ ਕੋਲੋਂ ਖਤ ਲਿਖਵਾਇਆ ਉਹਨੇ? ਉਹ ਬਾਅਦ ਦੇ ਵਿੱਚ ਪਤਾ ਲੱਗਿਆ ਸੀ ਅੱਛਾ, ਮੈਨੂੰ। ਫਿਰ ਖਤ 'ਚ ਕੀ ਲਿਖਿਆ ਸੀ? ਖਤ ਦੇ ਵਿੱਚ ਇਹੀ ਲਿਖਿਆ ਸੀ ਕਿ ਮੈਂ ਤੈਨੂੰ ਪਸੰਦ ਕਰਦੀ ਹਾਂ, ਮੈਂ ਤੇਰੇ ਨਾਲ ਸ਼ਾਦੀ ਕਰਨਾ ਚਾਹੁੰਦੀ ਇੱਕੋ ਘਰ 'ਚ ਕੰਮ ਕਰਦੇ ਸੀ? ਹਾਂਜੀ। ਉਹ ਕੀ ਕੰਮ ਕਰਦੀ ਸੀ? ਉਹ ਇੱਕ ਜਿਹੜਾ ਘਰ ਦਾ ਕੰਮ ਕਿਚਨ ਕੋਈ ਵਗੈਰਾ ਇਸ ਤਰ੍ਹਾਂ ਦਾ ਕੰਮ ਕਿੰਨੀ ਉਮਰ ਸੀ ਉਹਦੀ? 18 ਸਾਲ 18 ਸਾਲ? ਜੀ। ਅੱਛਾ, ਫਿਰ ਤੂੰ ਪ੍ਰਪੋਜ਼ ਤੈਨੂੰ ਕੀਤਾ, ਫਿਰ ਤੂੰ ਕੀ ਕੀਤਾ? ਫਿਰ ਉਹਦੇ ਤੋਂ ਬਾਅਦ ਜਿਹੜਾ ਸਾਡਾ ਕੁਝ ਦੇਰ ਰਿਲੇਸ਼ਨ ਚੱਲਦਾ ਰਿਹਾ। ਉਹਦੇ ਤੋਂ ਬਾਅਦ ਜਿਹੜਾ ਉਹਦੇ ਕਿਸ ਮਾਂ-ਬਾਪ ਤਰ੍ਹਾਂ ਦਾ ਰਿਲੇਸ਼ਨ ਸੀ? ਰਿਲੇਸ਼ਨ ਸਹੀ ਸੀਗਾ, ਕੁਝ ਗਲਤ ਨਹੀਂ ਸੀਗਾ। ਅੱਛਾ, ਲੇਕਿਨ ਜਿਹੜਾ ਹੈ ਉਹਦੇ ਵਾਲਿਦੈਨ ਨੂੰ ਜਿਹੜਾ ਮਨਾਇਆ ਉਹਨੇ ਵੀ ਲੇਕਿਨ ਮੇਰੀ ਕਿੱਥੇ ਦੀ? ਸ਼ਾਦੀ ਉਹ ਕਿੱਥੇ ਦੀ ਰਹਿਣ ਵਾਲੀ ਸੀ? ਲੋਹਾਰਾਂ ਵਾਲੇ ਖੂਹ ਦੇ। ਲਾਹੌਰ ਦੀ ਰਹਿਣ ਵਾਲੀ ਸੀ? ਜੀ, ਤੇ ਲਾਹੌਰ। ਉਹਦੇ ਵਾਲਦ ਮੰਨਦੇ ਨਹੀਂ ਸਨ? ਉਹਦੇ ਲੋਹਾਰ ਵਾਲਦ ਜਿਹੜਾ ਵਾਲਦਾ ਨੂੰ ਉਹਨਾਂ ਨੂੰ ਮਨਾ ਲਿਆ ਸੀਗਾ। ਮੈਂ ਵੀ ਆਪਣੇ ਵਾਲਦਾ ਨੂੰ ਮਨਾ ਲਿਆ ਸੀਗਾ ਪਸੰਦ ਦੇ ਨਾਲ। ਫਿਰ ਵੀ ਸ਼ਾਦੀ ਕਰਕੇ ਲੈ ਕੇ ਗਿਆ ਸੀ। ਅੱਛਾ, ਸ਼ਾਦੀ ਹੋਈ ਤੇ ਜਿਨ੍ਹਾਂ ਕੋ ਕੰਮ ਕਰਨੇ ਸੋ ਉਹਨਾਂ ਨੇ ਵੀ ਰਜ਼ਾਮੰਦੀ ਉਹਨਾਂ ਦੀ ਵੀ ਸ਼ਾਮਿਲ ਸੀ? ਨਹੀਂ ਉਹਨਾਂ ਦੀ ਰਜ਼ਾਮੰਦੀ ਬਾਅਦ ਦੇ ਵਿੱਚ ਜਿਹੜਾ ਨਾ ਪਤਾ ਚੱਲਿਆ ਉਹਨਾਂ ਨੂੰ ਕਿ ਇਹਨਾਂ ਦੋਨਾਂ ਦੀ ਰਿਲੇਸ਼ਨ ਹੈ। ਮੈਂ ਫਿਰ ਜਿਹੜਾ ਆਪਣਾ ਉੱਥੋਂ ਕੰਮ ਛੱਡ ਚੁੱਕਿਆ ਸੀਗਾ। ਅੱਛਾ, ਫਿਰ ਬਾਅਦ ਦੇ ਵਿੱਚ ਸ਼ਾਦੀ ਹੋ ਗਈ। ਮੈਂ ਆਪਣੇ ਸ਼ਾਦੀ ਗਾँव ਹੋ ਗਈ। ਕਿੰਨਾ ਅਰਸਾ ਸ਼ਾਦੀ ਚੱਲੀ? 7 ਸਾਲ ਤੱਕ। 7 ਸਾਲ? ਜੀ। ਤੇ ਕੀ ਵਜ੍ਹਾ ਹੋਈ? ਕਿੰਨੇ ਬੱਚੇ ਸਨ? 2 ਬੇਟੇ ਸਨ ਮੇਰੇ। 2 ਬੇਟੇ ਕਿੰਨੇ ਸਾਲ ਦੇ? ਇੱਕ ਹੈਗਾ ਤਕਰੀਬਨ 8 ਸਾਲ ਦਾ, ਇੱਕ 7 ਸਾਲ ਦਾ। ਅੱਛਾ, 8 ਸਾਲ ਦਾ ਔਰ 7 ਸਾਲ ਦਾ ਬੱਚਾ ਸੀ। ਜੀ। ਤੇ ਫਿਰ ਕਿਸ ਤਰ੍ਹਾਂ ਤਾਲੁਕਾਤ ਕਿਵੇਂ ਖਰਾਬ ਹੋਏ? ਕਤਲ ਤਾਲੁਕਾਤ ਕਰਨ ਦੀ ਇਸ ਤਰ੍ਹਾਂ ਖਰਾਬ ਹੋਏ ਕਿ ਪਹਿਲੀ ਦਫਾ ਜਦੋਂ ਹੈ ਨਾ ਮੇਰੀ ਸ਼ਾਦੀ ਹੋਈ ਤਕਰੀਬਨ ਹਾਲੇ ਤੱਕ ਸਾਲ ਹੀ ਹੋਇਆ ਸੀਗਾ ਤੇ ਮੇਰੀ ਫੁੱਫੋ ਦੇ ਬੇਟੇ ਦੇ ਨਾਲ ਉਹਦੀ ਕੋਈ ਰਿਲੇਸ਼ਨ ਬਣ ਗਿਆ। ਤੇਰੀ ਫੁੱਫੋ ਦੀ ਬੇਟੀ ਇਹ ਨਾਲ? ਫੁੱਫੋ ਦੇ ਬੇਟੇ ਨਾਲ ਉਹਦੇ ਨਾਲ ਜਿਹੜਾ ਹਟਾਇਆ ਮਾਰ। ਤੈਨੂੰ ਕਿਸ ਤਰ੍ਹਾਂ ਪਤਾ ਚੱਲਿਆ? ਉਹਦਾ ਮੋਬਾਈਲ ਫੜਿਆ ਸੀ ਮੈਂ। ਕੀ ਮੋਬਾਈਲ ਵਿੱਚ ਕੀ ਸੀ? ਮੋਬਾਈਲ ਦੇ ਵਿੱਚ ਉਹਦੀ ਸਿਮ ਸੀ, ਉਹਦੇ 'ਤੇ ਗੱਲਬਾਤ ਕਰਦੀ ਸੀ। ਮੇਰੇ ਵਾਲਦ ਦੇ ਮੋਬਾਈਲ ਤੋਂ ਗੱਲ ਕਰ ਰਹੀ ਸੀ। ਮੈਂ ਉਹਦਾ ਨੰਬਰ ਵੇਖਿਆ। ਗੱਲ ਕਰਨ ਨਾਲ ਲੈ ਤੇ ਨਹੀਂ ਨਾ ਲੱਗਦਾ ਕਿ ਕੋਈ? ਨਹੀਂ ਵੇਖਿਆ ਨਾ, ਮੈਂ ਖੁਦ ਵੀ ਕੀ ਦੇਖਿਆ। ਦੇਖਿਆ ਸੀ? ਜਾ ਕੇ ਮਿਲੀ ਉਹਨਾਂ ਨੂੰ ਬਗੈਰ ਦੱਸਣ ਤੋਂ ਉਹਨਾਂ ਦੇ ਘਰ ਗਈ ਹੈਗੀ ਹੈ। ਅੱਛਾ, ਉਹਨਾਂ ਨੇ ਖੁਦ ਸਾਨੂੰ ਇਸ ਗੱਲ ਦਾ ਦੱਸਿਆ ਕਿ ਕਿਹਨੇ ਬਗੈਰ ਦੱਸਿਆ? ਦੱਸਣ। ਤੇਰੀ ਫੁੱਫੀ ਦਾ ਬੇਟਾ ਸੀ ਨਾ? ਹਾਂਜੀ ਫੁੱਫੀ ਦਾ ਬੇਟਾ ਸੀਗਾ। ਅਸੀਂ ਘਰ ਦੇ ਵਿੱਚ ਨਹੀਂ ਸੀਗੇ ਮੌਜੂਦ, ਲੇਕਿਨ ਜਿਹੜਾ ਉਹ ਘਰ ਹੀ ਸੀਗੀ ਮੌਜੂਦ। ਤੇ ਉਹ ਜਿਹੜਾ ਘਰ ਅੱਛਾ, ਜਿਹੜਾ ਨਾ ਇਸ ਤਰ੍ਹਾਂ ਦਾ ਮੇਰੇ ਹੈ ਸੀ ਮਾਸੀ ਦੀ ਬੇਟੀ, ਉਹਨਾਂ ਨੇ ਮੈਨੂੰ ਦੱਸਿਆ ਕਿ ਜਿਹੜਾ ਨਾ ਇਸ ਤਰ੍ਹਾਂ ਦੀ ਗਲਤ ਹਰਕਤ ਇਹਨਾਂ ਦੇ ਵਿੱਚ ਦਰਮਿਆਨ ਹੋਈ ਹੈ। ਕੀ ਗਲਤ ਹਰਕਤ ਹੋਈ? ਕੀ ਕੋਈ ਦੱਸਿਆ? ਛੇੜਛਾੜ ਕੋਈ ਕੀਤੀ ਉਹਨਾਂ ਨੇ ਕਿ ਜਿਹੜਾ ਨਾ ਉਹ ਫੋਟੋ ਸ਼ੋਟੋ ਬਣਵਾਏ ਇਸ ਤਰ੍ਹਾਂ ਦੇ ਵੀ ਮਾਮਲਾ। ਫੋਟੋ ਬਣਵਾਏ? ਤੇ ਫੋਟੋ ਬਣਵਾਉਣਾ ਕੋਈ ਬੁਰੀ ਗੱਲ ਹੈ? ਦੇਖੋ ਜੀ ਮੇਰੀ ਉਹ ਇੱਜ਼ਤ ਹੈਗੀ ਸੀ, ਗੈਰਤ ਐਸੀ, ਮੈਂ ਇਸ ਦੀ ਵਜ੍ਹਾ ਤੋਂ ਜਿਹੜਾ ਨਾ ਉਹਨੂੰ
ਨਹੀਂ ਇੱਜ਼ਤ ਤਾਂ ਬਰਦਾਸ਼ਤ ਤੇਰੀ ਨਹੀਂ ਕਰਦਾ। ਬਿਲਕੁਲ ਹੈ ਸੀ, ਲੇਕਿਨ ਤਸਵੀਰ ਬਣਾਉਣਾ, ਕਿਸੇ ਨਾਲ ਗੱਲ ਕਰਨਾ, ਔਰ ਰਿਸ਼ਤੇਦਾਰ ਸੀ ਤੇਰਾ। ਰਿਸ਼ਤੇਦਾਰ ਹੈ ਸੀ ਲੇਕਿਨ ਰਿਲੇਸ਼ਨ ਹੋਣਾ ਇੱਕ ਅਲੱਗ ਗੱਲ ਹੋ ਜਾਂਦੀ ਹੈ ਨਾ। ਕੋਈ ਬਗੈਰ ਤੈਨੂੰ ਪਤਾ ਲੱਗਾ? ਮੈਂ ਪੁੱਛ ਦੱਸਣ ਤੋਂ ਉਹ ਤੁਹਾਨੂੰ ਦੱਸ ਰਿਹਾ ਨਾ। ਤਸਦੀਕ ਕਿਸ ਤਰ੍ਹਾਂ ਹੋਈ ਕਿ ਰਿਲੇਸ਼ਨ ਵਾਕਈ ਹੈ ਸੀ? ਰਿਲੇਸ਼ਨ ਇਸ ਤਰੀਕੇ ਹੈ ਕਿ ਮੇਰੀ ਜਿਹੜੀ ਮਾਸੀ ਦੀ ਬੇਟੀ ਸੀਗੀ ਉਹਨਾਂ ਨੇ ਮੈਨੂੰ ਦੱਸਿਆ ਸੀਗਾ ਕਿ ਇਹ ਤੁਹਾਡੇ ਬਗੈਰ ਦੱਸਣ ਤੋਂ ਜਿਹੜਾ ਨਾ ਵੀ ਘਰ ਦੇ ਵਿੱਚ ਆਏ ਆ ਤੇ ਆਉਣ ਤੇ ਜਿਹੜਾ ਨਾ ਬੈਠੇ ਰਹੇ ਨੇ। ਉਹਨਾਂ ਨੇ ਤਸਵੀਰਾਂ ਵੀ ਬਣਵਾਈਆਂ ਨੇ। ਉਹ ਘਰ ਦੇ ਵਿੱਚ ਆਏ ਸਨ ਅਚਾਨਕ ਮਹਿਮਾਨ ਹੀ। ਅੱਛਾ, ਉੱਪਰੋਂ ਹੀ ਸਾਰਾ ਕੁਝ ਉਹ ਦੋਨੋਂ ਘਰ 'ਚ ਇਕੱਲੇ ਸਨ? ਘਰ 'ਚ ਇਕੱਲੇ ਸਨ। ਅੱਛਾ ਠੀਕ ਹੈ। ਤੈਨੂੰ ਤੇਰੀ ਤੇ ਉਹਦੇ ਤੋਂ ਬਾਅਦ ਉਹਨੂੰ ਫਿਰ ਤੂੰ ਉਹਦੇ ਕੋਲੋਂ ਪੁੱਛਿਆ, ਆਪਣੀ ਬੀਵੀ ਕੋਲੋਂ ਪੁੱਛਿਆ? ਕਿਸ ਤਰ੍ਹਾਂ ਪੁੱਛਿਆ ਇਸ ਤਰ੍ਹਾਂ ਹੀ ਹੈਗਾ ਕਿ ਜਿਹੜਾ ਨਾ ਕਿ ਜੀ ਕੀ ਮਾਮਲਾ ਹੈਗਾ ਇਹ। ਤਾਂ ਉਹਨੇ ਕਿਹਾ ਜੀ ਜਿਹੜਾ ਨਾ ਅਸੀਂ ਦੋਨੇ ਇੱਕ ਦੂਸਰੇ ਨੂੰ ਜਿਹੜਾ ਨਾ ਚਾਹੁੰਦੇ ਹਾਂ। ਮੈਂ ਕਿਹਾ ਵੀ ਨਹੀਂ ਆਪਣਾ ਇਸ ਤਰੀਕੇ ਨਹੀਂ। ਅਸੀਂ ਮੇਰਾ ਰਿਸ਼ਤੇਦਾਰ, ਮੈਂ ਇਹੀ ਗੱਲ ਕਰ ਰਿਹਾ ਵਾਂ, ਇੱਕ ਬੰਦੇ ਦਾ ਰਿਲੇਸ਼ਨ ਨਹੀਂ ਸੀਗਾ। ਜੇ ਹੁਣ 5-7 ਸਾਲਾਂ ਦੇ ਵਿੱਚ ਤਕਰੀਬਨ 3-4 ਬੰਦਿਆਂ ਦੇ ਨਾਲ ਰਿਲੇਸ਼ਨ ਹੋਇਆ ਉਹਦਾ। ਅੱਛਾ, ਤੇ ਤੈਨੂੰ ਸ਼ਾਦੀ ਤੋਂ ਪਹਿਲੇ ਅੰਦਾਜ਼ਾ ਨਹੀਂ ਸੀ ਇਸ ਗੱਲ ਦਾ? ਸ਼ਾਦੀ ਤੋਂ ਪਹਿਲੇ ਮੈਨੂੰ ਕੋਈ ਅੰਦਾਜ਼ਾ ਨਹੀਂ ਸੀ ਕਿ ਵੀ ਕਿਸ ਟਾਈਪ ਦੀ ਹੈ। ਸ਼ਾਦੀ ਤੋਂ ਪਹਿਲੇ ਪੈਦਾ ਹੋ ਗਏ, ਸ਼ਾਦੀ ਹੋ ਗਈ, ਤੇ ਫਿਰ ਵੀ ਤੈਨੂੰ ਨਹੀਂ ਪਤਾ ਲੱਗਾ? ਬਾਅਦ ਚੋਂ ਪਤਾ ਲੱਗਾ? ਬਾਅਦ ਦੇ ਵਿੱਚ ਹੀ ਪਤਾ ਲੱਗਦਾ, ਜਦੋਂ ਬੰਦੇ ਦਾ ਇੱਕ ਦੂਸਰੇ ਨਾਲ ਚੱਲਣ ਦੇ ਨਾਲ ਹੀ ਪਤਾ ਲੱਗਦਾ। ਕਿਹੜੀ ਜਗ੍ਹਾ ਤੇ ਰਹਿੰਦੇ ਸੋ? ਆਪਣਾ ਮੈਂ ਚਿਸ਼ਤੀਆਂ ਬਹਾਵਲ ਨਗਰ 9 ਵਜੇ। ਬੀਵੀ ਦੇ ਨਾਲ ਕਿੱਥੇ ਰਹਿੰਦਾ ਸੀ? ਬੀਵੀ ਦੇ ਨਾਲ ਮੈਂ ਆਪਣੇ ਪਿੰਡ ਹੀ ਗਾਉਂ ਰਹਿੰਦਾ ਸੀ। ਅੱਛਾ, ਗਾਉਂ ਹੀ ਰਹਿੰਦਾ ਸੀ। ਉਹ ਤੇਰੇ ਨਾਲ ਗਾਉਂ ਚਲੀ ਗਈ ਸੀ? ਹਾਂਜੀ, 7 ਸਾਲ ਉੱਥੇ ਰਹੇ। ਫਿਰ ਅਸੀਂ 2 ਸਾਲ ਇੱਥੇ ਆਪਣਾ ਆ ਗਏ ਸੀਗੇ ਲਾਹੌਰ, ਜਿੱਥੋਂ ਸਾਰੇ ਜ਼ਿਆਦਾ ਮਾਮਲਾਤ ਖਰਾਬ ਹੋ ਗਏ। ਠੀਕ ਹੈ। ਉਹਦੇ ਨਾਲ ਉੱਥੇ ਹਟਾਈ। ਫਿਰ ਉਹ ਤਾਏ ਦੇ ਬੇਟੇ ਦੇ ਨਾਲ ਰਿਲੇਸ਼ਨ ਹੋ ਗਿਆ ਉਹਦਾ। ਉਹ ਤੇਰੇ ਤਾਏ ਦੇ ਬੇਟੇ ਨਾਲ? ਹਾਂਜੀ। ਅੱਛਾ, ਸਾਰੇ ਰਿਸ਼ਤੇਦਾਰ ਤੇਰੇ ਜਿਹੜੇ ਸਨ ਉਹਨਾਂ ਨਾਲ ਹੀ ਰਿਲੇਸ਼ਨ ਉਹਦਾ ਹੋ ਰਿਹਾ ਸੀ? ਬਸ ਉਹ ਫਿਰ ਘਰ ਦੇ ਵਿੱਚ ਆਉਣ ਜਾਣ ਬੰਦੇ ਦਾ ਹੁੰਦਾ ਨਾ। ਮੈਂ ਕਿਉਂਕਿ ਘਰ ਦੇ ਵਿੱਚ ਫੈਮਿਲੀ ਸਾਡੀ ਛੋਟੀ ਹੈਗੀ ਸੀ, ਮੇਰੀ ਵਾਲਦਾ ਜਾਂ ਮੈਂ ਜਾਂ ਮੇਰੇ ਵਾਲਦ ਨੇ। ਵਾਲਦ ਜਿਹੜਾ ਉਹ ਵੀ ਬਾਹਰ ਕੰਮ ਤੇ ਹੁੰਦੇ ਨੇ, ਵਾਲਦਾ ਵੀ ਨਾਲ ਹੀ ਜਿਹੜਾ ਨਾ ਚਲੇ ਜਾਂਦੇ ਨੇ ਉੱਥੇ, ਆਪਣੇ ਕੋਲ ਰੱਖਦੇ ਨੇ ਉਹਨਾਂ ਨੂੰ। ਚਲੋ ਠੀਕ ਹੈ, ਆਪਣਾ ਕੱਪੜਾ ਛਪਣਾ। ਤੇ ਮੈਂ ਜਿਹੜਾ ਕੰਮ ਤੇ ਜਾਣਾ ਹੁੰਦਾ ਪਿੱਛੋਂ ਇਕੱਲੀ ਹੁੰਦੀ। ਠੀਕ ਹੈ। ਅੱਛਾ, ਇਹ ਤਾਂ ਜਦੋਂ ਤੈਨੂੰ ਸ਼ੁਭਾ ਹੋਇਆ, ਤੈਨੂੰ ਯਕੀਨ ਵੀ ਹੋ ਗਿਆ, ਮੰਨ ਵੀ ਗਈ, ਤੇ ਤੂੰ ਉਹਦੇ ਰਿਸ਼ਤੇਦਾਰਾਂ ਨੂੰ ਜਾਂ ਉਹਦੇ ਵਾਲਦ ਨੂੰ ਕਿਸੇ ਨੂੰ ਦੱਸਿਆ ਕਿ ਇਹਦਾ ਕਿਰਦਾਰ ਠੀਕ ਨਹੀਂ? ਜੀ। ਉਹਨਾਂ ਨੇ ਫਿਰ ਕੀ ਕਿਹਾ? ਉਹਨਾਂ ਨੇ ਕੋਈ ਗੱਲ ਨਹੀਂ ਕੀਤੀ ਉਹਨੂੰ। ਅੱਛਾ। ਕਿਉਂਕਿ ਉਹਦਾ ਸੁਤੇਲਾ ਬਾਪ ਹੈਗਾ, ਸੁਤੇਲੇ ਬਾਪ ਦੇ ਨਾਲ ਵੀ ਉਹਦੇ ਗਲਤ ਰਿਲੇਸ਼ਨ ਹੈ ਸੀ, ਜਿਸ ਦੀ ਵਜ੍ਹਾ ਨਾਲ ਉਹ ਹਰ ਗੱਲ ਨੂੰ ਫੇਵਰ ਕਰਦੇ ਸੀਗੇ ਉਹਨੂੰ। ਅੱਛਾ। ਉਹਦੇ ਜਿਹੜੇ ਸੁਤੇਲੇ ਸਗਾ ਬਾਪ ਜਿਹੜਾ ਵਾਲਦਾ ਸਕੀ, ਲੇਕਿਨ ਬਾਪ ਉਹਦਾ ਸੁਤੇਲਾ ਸੀ। ਅੱਛਾ। ਸੁਤੇਲੇ ਬਾਪ ਨੂੰ ਉਹਦੀ ਨੂੰ ਹਰ ਗੱਲ ਉਹਦੀ ਪਤਾ ਹੁੰਦੀ ਸੀ ਵੀ ਇਹ ਕੀ ਕਰ ਰਹੀ ਹੈ, ਕੀ ਨਹੀਂ ਕਰ ਰਹੀ ਹੁੰਦੀ, ਲੇਕਿਨ ਉਹਨੂੰ ਗਲਤ ਸਾਬਿਤ ਨਹੀਂ ਕਰਦੇ ਸੀਗੇ। ਗਲਤ ਸਾਬਿਤ ਹਰ ਦਫਾ ਮੈਨੂੰ ਹੀ ਕਰਦੇ ਸਨ ਕਿ ਤੂੰ ਹੀ ਗਲਤ ਹੈ। ਉਹਨਾਂ ਨੂੰ ਐਵੀਡੈਂਸ ਵੀ ਪਕੜ ਕੇ ਦਿੱਤੇ ਨੇ, 6 ਮੋਬਾਈਲ ਵੀ ਪਕੜ ਕੇ ਦਿੱਤੇ ਨੇ। ਉਹਦੇ ਭਰਾ ਨੂੰ ਵੀ ਦੱਸਿਆ ਹੈਗਾ, ਉਹਦੇ ਮਾਮੇ ਨੇ ਬੇਟੇ ਨੂੰ ਬੁਲਾ ਕੇ ਉਹਨਾਂ ਨੂੰ ਵੀ ਦਿਖਾਇਆ ਹੈਗਾ। ਠੀਕ ਹੈ। ਫਿਰ ਉਹਦੇ ਬਾਅਦ ਫਿਰ ਤੂੰ ਤਲਾਕ ਦੇ ਦਿੱਤੀ? ਤਲਾਕ 2000 ਇੱਥੇ ਆ ਕੇ ਜਦੋਂ ਆਏ ਹਨ ਤਾਂ ਉਦੋਂ ਹੋਈ ਸੀਗੀ। ਕਿਦੋਂ? ਮਤਲਬ ਕਿੰਨੇ ਅਰਸੇ ਬਾਅਦ ਤਲਾਕ? ਬਿਲਾਲ ਦੇ ਨਾਲ ਰਿਲੇਸ਼ਨ ਹੋਇਆ ਸੀ ਉਹਦਾ। ਬਿਲਾਲ ਜਿਹੜਾ ਤੇਰਾ ਤਾਇਆਜ਼ਾਦ ਸੀ? ਨਹੀਂ, ਤਾਇਆਜ਼ਾਦ ਨਹੀਂ ਸੀਗਾ, ਇਹ ਹੋਰ ਲੜਕਾ ਸੀ। ਕਿੰਨੇ ਲੋਕ ਸਨ ਜਿਹਦੇ ਨਾਲ ਉਹਦੇ ਤਲਕਾਤ ਸਨ? ਮੇਰੀ ਜ਼ਿੰਦਗੀ ਦੇ ਵਿੱਚ ਤਕਰੀਬਨ ਜਿੰਨੇ ਲੋਕ ਆਏ ਨੇ, ਕੋਈ 3 ਤੋਂ 4 ਲੋਕ ਆਏ ਨੇ। ਜਿਹੜੇ ਇੱਕ ਫੁੱਫੋ ਦਾ ਬੇਟਾ ਆਇਆ, ਇੱਕ ਇਹ ਆਇਆ। ਉਹਦੇ ਤੋਂ ਬਾਅਦ ਇਹ ਫਿਰ ਜਿਹੜਾ ਆਪਣਾ ਬਿਲਾਲ ਦੇ ਨਾਲ ਹੈ। ਅੱਛਾ, ਬਿਲਾਲ ਦੇ ਨਾਲ। ਮੈਨੂੰ ਇਹਨਾਂ ਦੇ ਵਾਲਦ ਨੇ ਬੁਲਾਇਆ ਕਿ ਲਾਹੌਰ ਇੱਥੇ ਵੈਕੈਂਸੀ ਪਈ ਹੈਗੀ ਹੈ ਕਿ ਸੀਟ 'ਤੇ ਤੂੰ ਆ ਜਾ। ਮੈਂ ਉੱਥੇ ਜਿਹੜਾ ਨਾ ਆ ਗਿਆ। ਇਹਨਾਂ ਦੇ ਵਾਲਦ ਨੇ ਹੀ ਮੇਰੀ ਜਿਹੜਾ ਉਹਨਾਂ ਨਾਲ ਗੱਲਬਾਤ ਕਰਵਾਈ। ਠੀਕ ਹੈ। ਕਰਵਾ ਕੇ ਮੈਂ ਆਪਣਾ ਇੱਥੇ ਰਿਹਾਇਸ਼ ਰੱਖ ਲਈ। ਇਹਨਾਂ ਦੇ ਵਾਲਦ ਨੇ ਜਿਹੜਾ ਮੇਰੀ ਸਾਰੀ ਰਿਹਾਇਸ਼ ਦਾ ਬੰਦੋਬਸਤ ਸੈਟਿੰਗ ਵਗੈਰਾ ਕਰਵਾ ਦਿੱਤੀ। ਠੀਕ ਹੈ। ਕਰਵਾਉਣ ਤੋਂ ਬਾਅਦ ਮੈਂ ਕੁਝ ਦਿਨ ਤਕਰੀਬਨ ਕੋਈ ਉੱਥੇ 3 ਮਾਹ ਬਸ ਡਿਊਟੀ ਕੀਤੀ, ਜਿਸ ਦੇ ਦਰਮਿਆਨ ਇੰਨੇ ਕੁ ਹਾਲਾਤ ਖਰਾਬ ਹੋ ਗਏ ਕਿ ਮੈਂ ਉੱਥੇ ਇੱਕ ਲੜਕਾ ਹੈ ਸੀ ਬਿਲਾਲ, ਉਹਨਾਂ ਦਾ ਸਾਬਾਂ ਦਾ ਜਿਹੜਾ ਆਂਦਾ ਸੀ ਪਲੰਬਰਿੰਗ ਵਗੈਰਾ ਦਾ, ਇਲੈਕਟ੍ਰਿਕ ਦਾ ਕੰਮ ਕਰਨ ਲਈ ਆਂਦਾ ਸੀਗਾ। ਅਤੇ ਮੇਰੇ ਕਮਰੇ ਦੇ ਵਿੱਚ ਲਗਾਉਣ ਲਈ ਆਇਆ ਸੀ ਇੱਕ ਉਹ ਹੁੰਦੀ ਹੈ ਕੱਪੜੇ ਟੰਗਣ ਵਾਲੀ। ਅੱਛਾ। ਉਹ ਲਗਾਉਣ ਲਈ ਆਇਆ ਸੀਗਾ। ਮੈਂ ਕੁਛ ਦੇਰ ਉਹਨੂੰ ਥੋੜ੍ਹਾ ਜਿਹਾ ਟਾਈਮ ਲੱਗ ਗਿਆ। ਮੈਂ ਉਹਨੂੰ ਖਾਣਾ ਛਾਣਾ ਬਣਵਾ ਕੇ ਦਿੱਤਾ। ਬਣਵਾਉਣ ਦੇ ਵਿੱਚ ਉਹ ਬੇਗਮ ਜਿਹੜਾ ਹੈ ਨਾ, ਉਹਨਾਂ ਦੀ ਮੋਬਾਈਲ ਦਾ ਕਿਤੇ ਰੱਖਿਆ ਪਿਆ ਸੀ। ਮੋਬਾਈਲ 'ਤੇ ਉਹਦੇ ਪਿੱਛੇ ਬੈਕ ਸਾਈਡ 'ਤੇ ਮੋਬਾਈਲ ਦੀ ਸਿਮ ਹੈਗੀ ਸੀ। ਉਹ ਸਿਮ ਉਹਨਾਂ ਨੇ ਕੱਢੀ ਅਤੇ ਉਹਦੇ ਨਾਲ ਜਿਹੜਾ ਨਾ ਗੱਲਬਾਤ ਕਰਨੀ ਸ਼ੁਰੂ ਕਰ ਦਿੱਤੀ। ਉਹ ਕੁਛ ਦਿਨ ਪਏ ਨੇ ਅਤੇ ਮੈਂ ਉਹ ਸਿਮ ਪਕੜ ਲਈ। ਅੱਛਾ। ਉਹ ਸਿਮ ਪਕੜਨ ਤੋਂ ਬਾਅਦ ਉਹਦਾ ਮੋਬਾਈਲ ਵੀ ਸੀਗਾ, ਮੋਬਾਈਲ ਵੀ ਮੈਂ ਪਕੜ ਲਿਆ। ਮੋਬਾਈਲ ਪਕੜਿਆ, ਮੈਂ ਉਹਨੂੰ ਕੋਈ ਗੱਲ ਨਹੀਂ ਕੀਤੀ। ਮੈਂ ਉਹਦੇ ਭਰਾ ਨੂੰ ਬੁਲਾਇਆ, ਦੱਸਿਆ ਕਿ ਇਸ ਤਰ੍ਹਾਂ ਦਾ ਇਹਦੇ ਤਾਲੁਕਾਤ ਨੇ, ਇਹ ਮੈਂ ਉਹਦੇ ਕੋਲ ਸਿਮ ਵੀ ਪਕੜੀ ਹੈ। ਅਤੇ ਇਹ ਉਹਦੇ ਤੋਂ ਬਾਅਦ ਉਸ 'ਤੇ ਦਿਨ ਕੁਛ
ਸਮਝਾਇਆ ਸਮਝਾਇਆ, ਉਹੀ ਦਿਨ ਗੁਜ਼ਰਿਆ, ਅਗਲੇ ਦਿਨ ਬਗੈਰ ਦੱਸਣ ਤੋਂ ਹੀ ਚਲੀ ਗਈ ਮੇਰੇ ਘਰੋਂ। ਠੀਕ ਹੈ, ਬੱਚੇ ਉੱਥੇ ਛੱਡ ਗਈ। ਬੱਚੇ ਉੱਥੇ ਛੱਡ ਗਈ। ਫਿਰ ਜਾਣ ਤੋਂ ਬਾਅਦ ਇਹਨਾਂ ਦੇ ਵਾਲਦ ਨੂੰ ਮੈਂ ਟੈਲੀਫੋਨ ਕੀਤਾ। ਵਾਲਦ ਸਾਹਿਬ ਕਹਿੰਦੇ ਨੇ ਹਾਲੇ ਘਰ ਹੀ ਨਹੀਂ ਆਈ। ਅੱਛਾ, ਪਤਾ ਨਹੀਂ ਕਿੱਥੇ। ਠੀਕ ਹੈ। ਇਹ ਪਤਾ ਨਹੀਂ 2 ਘੰਟੇ ਖਪਦੇ ਰਹੇ ਨੇ, 3 ਖਪਦੇ ਰਹੇ ਨੇ। ਮੇਰੀ ਵਾਲਦਾ ਵੀ ਮੇਰੇ ਨਾਲ ਆਏ ਨੇ, ਫਿਰ ਇਹਨਾਂ ਦੇ ਘਰ ਅਸੀਂ ਆ ਗਏ। ਆਉਣ ਤੋਂ ਬਾਅਦ ਜਿਹੜਾ ਉਹ ਫਿਰ ਕੁਛ 2 ਕਿ 3 ਦਿਨ ਗੁਜ਼ਰੇ ਨੇ, ਉਹਨਾਂ ਨੇ ਜਿਹੜਾ ਨਾ ਫਿਰ ਪਤਾ ਨਹੀਂ ਅੱਲਾ ਆਲਮ ਉਹਨੇ ਕਿਸ ਤਰੀਕੇ ਨਾਲ ਉਹਨੂੰ ਟਰੇਸ ਕੀਤਾ ਜਾਂ ਜੋ ਵੀ ਕੀਤਾ, ਉਹ ਉਹਨਾਂ ਦੇ ਘਰ ਹੀ ਆ ਗਈ। ਜਦੋਂ ਵਾਪਸ ਆਈ ਤੇ ਉਹਨਾਂ ਨੇ ਫਿਰ ਜਿਹੜਾ ਨਾ ਤਨਾਜ਼ਾ ਲਾ ਦਿੱਤਾ ਕਿ ਤੇਰੀ ਵਾਲਦਾ ਜਿਹੜੀ ਨਾ ਅੱਛੀ ਨਹੀਂ ਹੈ, ਗੱਲਾਂ ਕਰਦੀ ਹੈ ਤੇ ਇਸ ਦੀ ਵਜ੍ਹਾ ਨਾਲ ਲੜਕੀ ਜਿਹੜੀ ਹੈ ਨਾ ਨਹੀਂ ਰਹਿਣਾ ਚਾਹੁੰਦੀ ਤੇਰੇ। ਠੀਕ ਹੈ। ਉਹ ਮੇਰੀ ਵਾਲਦਾ ਜਿਹੜੀ ਖੁਦ ਵੀ ਗਏ ਨੇ, ਉਹਨਾਂ ਨੇ ਮਾਜ਼ਰਤ ਕੀਤੀ ਉਹਨਾਂ ਦੇ ਨਾਲ ਕਿ ਮੇਰੇ ਬੇਟਾ ਜਿਹੜਾ ਮੇਰਾ ਇੱਕੋ ਇੱਕ ਬੱਚਾ ਤੇ ਮੈਂ ਉਹਨੂੰ ਜਿਹੜਾ ਨਾ ਇਸ ਤਰੀਕੇ ਨਾਲ ਇਸ ਹਾਲਤ ਦੇ ਵਿੱਚ ਨਹੀਂ ਦੇਖ ਸਕਦੀ। ਠੀਕ ਹੈ। ਤੇ ਉਹਦੀ ਇਹ ਸੀ ਕਿ ਉਹਨੂੰ ਉਹ ਕਹਿ ਜੇ ਮੈਨੂੰ ਮਾਫੀ ਦਿਓ, ਮੈਂ ਤੁਹਾਡੇ ਨਾਲ ਨਹੀਂ ਰਹਿ ਸਕਦੀ ਹੈਗੀ। ਉਸ ਲੜਕੀ ਨੇ ਕੁਛ ਬਦਤਮੀਜ਼ੀ ਕੀਤੀ ਮੇਰੀ ਵਾਲਦਾ ਦੇ ਨਾਲ ਵੀ, ਤੇ ਉਹਦੇ ਵਾਲਦ ਨੇ ਵੀ ਕਿਹਾ ਵੀ ਜਿਹੜਾ ਤੁਸੀਂ ਦਫਾ ਹੋ ਜਾਓ ਕਿ ਜਿਹੜਾ ਨਾ ਅਸੀਂ ਨਹੀਂ ਤੁਹਾਡੇ ਨਾਲ ਜਿਹੜਾ ਟੋਰਨੀ। ਠੀਕ ਹੈ। ਉਹ ਜਾਂਦੀ ਉੱਥੇ ਬਿਲਾਲ ਦੇ ਕੋਲ ਸੀ, ਲੇਕਿਨ ਬਾਅਦ ਦੇ ਵਿੱਚ ਵਾਪਸ ਇੱਥੇ ਘਰ ਇਹਨਾਂ ਦੇ ਆ ਜਾਂਦੀ ਸੀ ਮੁੜ ਕੇ। ਜਿਹੜਾ ਉਹ ਜੇ ਆ ਜਾਣਾ ਤੇ ਤਾਂ ਜਿਹੜਾ ਉਹਨਾਂ ਨੇ ਕਹਿਣਾ ਵੀ ਆਪਣੇ ਖਾਮਦ ਨਾਲ ਲੜ ਕੇ ਆ ਗਈ, ਚਲੀ ਜਾਣਾ ਤੇ ਫਿਰ ਵੀ ਮੇਰਾ ਨਾਮ ਲਾ ਦੇਣਾ ਕਿ ਜੀ ਉਹ ਆਪਣੇ ਖਾਮਦ ਕੋਲ ਚਲੀ ਗਈ। ਅੱਛਾ, ਠੀਕ ਹੈ। ਅੱਛਾ, ਫਿਰ ਜਦੋਂ ਅਸੀਂ ਉੱਥੋਂ ਸੁਲ੍ਹਾ ਹੋ ਗਈ ਸੀ, ਵਾਪਸ ਚਲੇ ਗਏ। ਵਾਪਸ ਚੱਲਣ ਜਾਣ ਤੋਂ ਬਾਅਦ ਤਕਰੀਬਨ ਕੋਈ ਮਹੀਨਾ ਗੁਜ਼ਰਿਆ। ਮੈਂ ਡਾਕਟਰ ਸਾਹਿਬ ਦੇ ਨਾਲ ਚਲਾ ਜਾਂਦਾ ਸੀਗਾ ਉਹਨਾਂ ਦੇ ਕਲੀਨਿਕ ਤੇ ਡਾਕਟਰ ਹਸਪੀਟਲ। ਪਿੱਛੋਂ 4-1 ਵਜੇ ਵਾਲਦ ਦੇ ਦਾਦ ਕੇ ਬੈਠ ਜਾਂਦਾ ਸੀ। ਵਾਲਦ ਨੇ ਆਉਣਾ, ਉੱਥੇ 2-2 3-3 ਘੰਟੇ ਬੈਠੇ ਰਹਿਣਾ ਇਕੱਲੇ। ਮੈਨੂੰ ਕੁਛ ਮਸ਼ਕੂਕ ਹਾਲਾਤ ਲੱਗੇ, ਕੋਈ ਮਹੀਨਾ ਗੁਜ਼ਰਿਆ ਇਸੇ ਤਰੀਕੇ ਦੇ ਨਾਲ, ਤੇ ਮੈਂ ਇਹਨੂੰ ਮਨਾ ਕਰ ਦਿੱਤਾ ਵੀ ਮੈਂ ਤੇਰਾ ਵਾਲਦ ਜਿਹੜਾ ਨਾ ਉਹ ਇਕੱਲਾ ਨਾ ਆਇਆ ਕਰੇ। ਅਗਰ ਉਹਨੇ ਆਉਣਾ ਹੁੰਦਾ ਨਾ ਤਾਂ ਮੇਰੀ ਮੌਜੂਦਗੀ ਦੇ ਵਿੱਚ ਆਵੇ, ਜਾਂ ਆਪਣੀ ਵਾਲਦਾ ਨੂੰ ਕਿਹਾ ਕਰ ਵੀ ਜਿਹੜਾ ਤੂੰ ਨਾਲ ਆ ਜਾਇਆ ਕਰ, ਇਕੱਲਾ ਨਾ ਆਇਆ ਕਰੇ। ਉਹ ਮੇਰੇ ਜਿਹੜੇ ਗਾਰਡ ਵਗੈਰਾ ਜਾਂ ਉੱਥੇ ਇੱਕ ਹੋਰ ਨਾਲ ਡਰਾਈਵਰ ਸੀ, ਉਹ ਵੀ ਦੱਸਦੇ ਰਹਿੰਦੇ ਸੀਗੇ ਵੀ ਤੇਰਾ ਜਿਹੜਾ ਸੁਸਰ ਹੈ ਉਹ ਆ ਕੇ ਰੋਜ਼ ਬੈਠਾ ਰਹਿੰਦਾ। ਆਪਣੀ ਬੇਟੀ ਕੋਲ ਆਉਂਦਾ ਸੀ, ਉਹਦੇ 'ਚ ਕਿਹੜੀ ਗੱਲ ਸੀ? ਇਸ ਤਰੀਕੇ ਦੇ ਨਾਲ ਨਹੀਂ ਨਾ ਹੁੰਦਾ ਸੀਗਾ। ਮੈਂ ਜਦੋਂ ਆ ਜਾਣਾ ਉਹਨੇ 15 ਮਿੰਟ ਜਾਂ 10 ਮਿੰਟ ਮਸੀਂ ਗੁਜ਼ਰਨੇ ਤੋਂ ਟੁੱਟ ਜਾਣਾ। ਠੀਕ ਹੈ। 6-7 ਦਫਾ ਮੈਂ ਇਸੇ ਤਰੀਕੇ ਨਾਲ ਦੇਖਿਆ। ਠੀਕ ਹੈ। ਫਿਰ ਉਹਦੇ ਤੋਂ ਬਾਅਦ ਬਿਲਾਲ ਉਹਦੇ ਨਾਲ ਵੀ ਉਹਦੇ ਤਾਲੁਕਾਤ ਨਹੀਂ ਠੀਕ ਸਨ। ਤਾਲੁਕਾਤ ਉਹਦੇ ਨਾਲ ਠੀਕ ਨਹੀਂ ਸਨ, ਜਿਸ ਦੀ ਵਜ੍ਹਾ ਨਾਲ ਉਹਨੂੰ ਜ਼ਿਆਦਾ ਫੇਵਰ ਮਿਲਦੀ ਸੀ। ਠੀਕ ਹੈ। ਅੱਛਾ, ਫਿਰ ਤੇ ਉਹਦੇ ਤੋਂ ਬਾਅਦ ਉਹ ਬਿਲਾਲ ਦੇ ਨਾਲ ਉਹਦੀ ਸੈਟਿੰਗ ਸੀ, ਉਸ ਵਾਲਦ ਨੂੰ ਵੀ ਪਤਾ ਸੀ ਇਸ ਗੱਲ ਦਾ। ਤੇ ਸੁਤੇਲਾ ਬਾਪ ਸੀ ਜਿਹੜਾ। ਉਸ ਤੋਂ ਬਾਅਦ ਮੈਨੂੰ ਇਸ ਗੱਲ ਦਾ ਪਤਾ ਜਦੋਂ ਲੱਗਿਆ ਤਾਂ ਉਹਦੇ ਤੋਂ ਬਾਅਦ ਮੇਰੇ ਦਿਲ ਤੇ ਅਟੈਕ ਹੋਇਆ। ਇਸ ਗੱਲ ਦਾ ਡਾਕਟਰ ਸਾਹਿਬ ਨੂੰ ਵੀ ਪਤਾ। ਅਟੈਕ ਹੋਇਆ? ਹਾਰਟ ਅਟੈਕ ਹੋਇਆ ਸੀ। ਅੱਛਾ। ਉਹਨਾਂ ਨੇ ਇਹ ਸਾਰਾ ਕੁਝ ਹੋ ਗਿਆ, ਫਿਰ ਤੂੰ ਉਹ ਕਤਲ ਦੀ ਵਾਰਦਾਤ ਹੋਈ ਕਿਸ ਤਰ੍ਹਾਂ? ਉਹਨੂੰ ਗਲਾ ਕਿਸ ਤਰ੍ਹਾਂ ਕੱਟਿਆ? ਕਿੱਥੇ ਤੇਰੇ ਕੋਲ ਮਿਲੀ? ਕਿੱਥੇ ਲੈ ਕੇ ਉਹਨੂੰ ਸੁੱਟਿਆ? ਕੀ ਹੋਇਆ ਇਹ ਦੱਸ। ਕਤਲ ਦੀ ਵਾਰਦਾਤ ਇਸ ਤਰੀਕੇ ਹੋਈ ਕਿ ਜਿਸ ਦਿਨ ਮੇਰੀ ਕਤਲ ਦੀ ਵਾਰਦਾਤ ਹੋਈ ਹੈ ਉਸ ਤੋਂ ਕੋਈ 2-3 ਦਿਨ ਪਹਿਲੇ ਉਹਨੇ ਮੇਰੇ ਨਾਲ ਰਾਬਤਾ ਕੀਤਾ ਤੇ ਉਹ ਤਕਰੀਬਨ ਕੋਈ 6-7 ਮਹੀਨੇ ਗੁਜ਼ਰ ਚੁੱਕੇ ਸਨ ਇਸ ਗੱਲ ਨੂੰ ਕਿ ਨਾ ਉਹਨਾਂ ਦੇ ਵਾਲਦ ਨੂੰ ਪਤਾ ਸੀ ਕਿ ਇਹ ਕਿੱਥੇ ਹੈ, ਨਾ ਉਹਦੀ ਵਾਲਦਾ ਨੂੰ ਪਤਾ ਹੈ, ਨਾ ਮੈਨੂੰ ਪਤਾ ਵੀ ਉਹ ਕਿੱਥੇ ਸੀ। ਮੈਂ ਇੱਕ ਜਗ੍ਹਾ ਤੇ ਵਾਪਡਾ ਟਾਊਨ ਦੇ ਵਿੱਚ ਜੌਬ ਕਰ ਰਿਹਾ ਸੀਗਾ, ਤਕਰੀਬਨ 4 ਮਾਹ ਡਿਊਟੀ ਕੀਤੀ ਉੱਥੇ। ਠੀਕ ਹੈ। 4 ਮਾਹ ਡਿਊਟੀ ਕਰਨ ਦੇ ਵਿੱਚ ਉਹਨਾਂ ਨੂੰ ਇਸ ਗੱਲ ਦਾ ਪਤਾ ਸੀ। ਇੱਥੋਂ ਨੋਟਿਸ ਗਿਆ, ਇਹਨਾਂ ਨੇ ਮੇਰੇ ਤੇ ਦਰਖਾਸਤ ਦਿੱਤੀ ਸੀ ਕਿ ਸਾਡੀ ਬੱਚੀ ਨੂੰ ਅਗਵਾ ਕਰਕੇ ਨੇ ਰੱਖਿਆ ਹੋਇਆ। ਅੱਛਾ। ਤੇ ਇਹਨਾਂ ਨੇ ਮੈਨੂੰ ਇਸ ਗੱਲ ਦਾ ਪਤਾ ਲੱਗਿਆ ਕਿ ਇਹਨਾਂ ਨੇ ਕਿਸੇ ਦੇ ਘਰ ਦੇ ਵਿੱਚ ਇੱਥੇ ਕੋਈ ਇਹਨਾਂ ਦੀ ਰਿਲੇਸ਼ਨ ਤੇਰੇ ਤੇ ਅਗਵਾ ਦਾ ਪਰਚਾ ਵੀ ਮੇਰੇ ਤੇ ਅਗਵਾ ਦਾ ਪਰਚਾ ਕਰਾ ਕੇ ਕਿਸੇ ਦੇ ਘਰ ਦੇ ਵਿੱਚ ਇਹਨਾਂ ਨੇ 20 ਦਿਨ 25 ਦਿਨ ਛੱਡੀ ਰੱਖਿਆ ਉਸ ਨੂੰ। ਠੀਕ ਹੈ। ਉਸ ਦੇ ਬਕੌਲ, ਕਿਉਂਕਿ ਲਾਸਟ ਟਾਈਮ ਦੇ ਵਿੱਚ ਜਦੋਂ ਉਹਦੀ ਕਾਲ ਤੇ ਰਾਬਤਾ ਹੋਇਆ ਉਹਨੇ ਮੈਨੂੰ ਹਰ ਗੱਲ ਦੱਸੀ ਇਸ ਗੱਲ ਦੀ। ਮੇਰੇ ਕੋਲ ਫੋਨ 'ਚ ਬਕਾਇਦਾ ਰਿਕਾਰਡਿੰਗ ਵੀ ਪਈ ਹੈ। ਅਗਵਾ ਦੀ ਦੇਰ ਤੇ FIR ਹੋ ਗਈ, ਫਿਰ ਤੈਨੂੰ ਇਹ ਮਿਲੀ ਕਿਸ ਤਰ੍ਹਾਂ? ਫਿਰ ਕਤਲ ਕਿਸ ਤਰ੍ਹਾਂ ਕੀਤਾ? ਹੁਣ ਅਸਲ ਗੱਲ ਆ ਲਾ ਨਾ। ਉਹ ਮਿਲੀ ਇਸ ਤਰੀਕੇ ਵੀ ਮੈਨੂੰ ਜਦੋਂ 3-4 ਮਹੀਨੇ ਪਹਿਲੇ ਜਿਹੜਾ ਨਾ ਰਾਬਤਾ ਨਹੀਂ ਸੀ ਕੀਤਾ ਉਹਨੂੰ, ਮੁੜ ਕੇ ਜਿਹੜਾ ਯਕਦਮ ਨੰਬਰ ਬੰਦ ਹੋਇਆ। ਰਾਬਤਾ ਜਦੋਂ ਹੋਇਆ ਮੇਰੇ ਨਾਲ ਕੁਝ 7-8 ਦਿਨ ਪਹਿਲੇ ਬਕੂਏ ਤੋਂ ਫੋਨ ਤੇ ਰਾਬਤਾ ਕੀਤਾ। ਉਹਨੇ ਕਿਹਾ ਜੀ ਮੈਂ ਜਿਹੜਾ ਨਾ ਮਿਲਣਾ ਚਾਹੁੰਦੀ ਹਾਂ ਤੈਨੂੰ, ਤੇ ਮੈਂ ਕਿਹਾ ਵੀ ਮੈਂ ਨਹੀਂ ਮਿਲਣਾ ਚਾਹੁੰਦਾ ਤੈਨੂੰ। ਠੀਕ ਹੈ। FIR ਹੋਣ ਤੋਂ ਬਾਅਦ FIR ਤੋਂ ਹੋਣ ਤੋਂ ਬਾਅਦ ਮੈਨੂੰ FIR ਦਾ ਵੀ ਪਤਾ ਚੱਲ ਚੁੱਕਿਆ ਸੀ, ਕਾਪੀ ਇੱਥੋਂ ਲਈ ਸੀ ਮੈਂ। ਉਹਨੇ ਕਿਹਾ ਜੀ ਸੁਲ੍ਹਾ ਕਰਨਾ ਚਾਹੁੰਦੀ। ਮੈਂ ਕਿਹਾ ਮੈਂ ਸੁਲ੍ਹਾ ਨਹੀਂ ਕਰਨਾ ਚਾਹੁੰਦਾ, ਮੈਂ ਕਿਹਾ ਮੈਂ ਤੇਰੇ ਤੇ ਇਤਬਾਰ ਨਹੀਂ।
ਕਿਉਂਕਿ ਬਾਰ-ਬਾਰ ਤੋਂ ਮੈਨੂੰ ਜ਼ਲੀਲ ਕਰਨੀ ਹੈ, ਮੈਂ ਆਨਾ ਵਾਂ ਤੇ ਬਗੈਰ ਪੁੱਛਣ ਦੱਸਣ ਤੋਂ ਚਲੀ ਜਾਂਦੀ ਹੈ। ਪਿੱਛੇ ਲੋਕ ਜਿਹੜਾ ਮੇਰਾ ਬਹੁਤ ਮਜ਼ਾਕ ਉਡਾਉਂਦੇ ਨੇ ਕਿ ਤੇਰੀ ਬੇਗਮ ਕਿਸ ਤਰ੍ਹਾਂ ਦੀ ਹੈ। ਤੇ ਉਹਨੇ ਕਿਹਾ ਜੀ ਲਾਸਟ ਟਾਈਮ ਹੈ ਇਸਤਫਾ ਜਿਹੜਾ ਨਾ, ਅੱਗੇ ਵੀ ਮੈਂ ਕਾਫੀ ਦਫਾ ਉਹਨੂੰ ਮਾफ़ ਕਰ ਚੁੱਕਿਆ ਸੀ ਕਿ ਚੱਲ ਕੋਈ ਗੱਲ ਨਹੀਂ, ਮੈਂ ਆਪਣੇ ਬੱਚਿਆਂ ਨੂੰ ਦੇਖਣਾ ਚਾਹੁੰਦਾ ਸੀਗਾ ਕਿ ਬੱਚੇ ਹੁੰਦੇ ਚਲੋ ਨਾ ਖਰਾਬ ਹੋਏ ਜ਼ਿੰਦਗੀ। ਠੀਕ। ਦੋ ਕੁ ਦਿਨ ਗੁਜ਼ਰੇ ਨੇ, ਮੈਂ ਇਹ ਉਸ ਟਾਈਮ ਉਹਨੇ ਕਿਹਾ ਮੈਂ ਸਾਦਕਾਬਾਦ ਤੋਂ ਕਹਿੰਦੇ ਮੈਂ ਜਿਹੜਾ ਨਾ 3-4 ਦਿਨਾਂ ਬਾਅਦ ਵਾਪਸ ਆਵਾਂਗਾ। ਠੀਕ। ਮੈਂ ਕਿਹਾ ਚਲੋ ਠੀਕ ਹੈ ਆ ਜਾਣਾ ਵਾਪਸ ਆ ਕੇ ਕੋਈ 4 ਜਾਂ 5 ਦਿਨਾਂ ਬਾਅਦ ਮੇਰੇ ਨਾਲ ਰਾਬਤਾ ਕਰਨ ਤੋਂ ਬਾਅਦ ਉਹਨੇ ਕਿਹਾ ਵੀ ਜਿਹੜਾ ਨਾ ਮੈਂ ਆ ਚੁੱਕੀ ਹਾਂ, ਮੈਂ ਤੈਨੂੰ ਮਿਲਣਾ ਚਾਹੁੰਦੀ। ਚਲੋ ਠੀਕ ਹੈ, ਮੈਂ ਕਿਹਾ ਮਿਲ ਲੈਣਾ। ਉਹਦੇ ਨਾਲ ਇੱਕ ਹੋਰ ਲੜਕੀ ਸੀ। ਅੱਛਾ। ਅਸਰੀਨ ਨਾਮ ਦੀ। ਉਹ ਕੌਣ ਸੀ? ਅਸਰੀਨ ਨਾਮ ਦੀ ਲੜਕੀ ਕੋਈ ਉਹਦੇ ਰਿਲੇਸ਼ਨ ਮੈਂ ਨਹੀਂ ਮਿਲਿਆ ਸੀ ਉਹਦੇ ਨਾਲ। ਪਹਿਲੇ ਨਹੀਂ ਮਿਲਿਆ ਸੀ? ਨਹੀਂ, ਮੈਂ ਨਹੀਂ ਮਿਲਿਆ। ਫਿਰ ਕੀ ਹੋਇਆ? ਉਹਨੂੰ ਜਿਹੜਾ ਮਿਲੀਏ ਤੇ ਮੈਂ ਆ ਕੇ ਜਿਹੜਾ ਨਾ ਮਿਲੇ ਹਾਂ ਅਸੀਂ ਤੇ ਗੱਲਬਾਤ ਹੋਈ ਹੈ। ਉਹਨੇ ਕਿਹਾ ਮੈਂ ਜਿਹੜਾ ਨਾ ਰਹਿਣਾ ਚਾਹੁੰਦੀ ਹੈ ਤੇ ਮੈਂ ਕਿਹਾ ਵੀ ਮੈਨੂੰ ਯਕੀਨ ਨਹੀਂ ਹੈ ਤੇਰੇ ਤੇ, ਮੈਂ ਨਹੀਂ ਤੇਰੇ ਨਾਲ ਰਹਿ ਸਕਦਾ। ਲੇਕਿਨ ਮੇਰਾ ਜ਼ਿਹਨ ਨਹੀਂ ਸੀ ਉਹਦੇ ਤੇ ਇਤਬਾਰ ਕਰਦਾ। ਠੀਕ ਹੈ। ਤੇ ਫਿਰ ਵੀ ਜਿਹੜਾ ਮਕਾਨ ਲਿਆ, ਮੈਂ ਮਕਾਨ ਲੈਣ ਤੋਂ ਬਾਅਦ ਮੈਂ ਕਿਹਾ ਚਲੋ ਠੀਕ ਹੈ ਕੋਈ ਗੱਲ ਨਹੀਂ, ਜੇ ਅਗਰ ਕਰਦਾ ਤਾਂ ਠੀਕ ਹੈ, ਹੋ ਜਾਂਦਾ ਕੋਈ ਮਸਲਾ ਨਹੀਂ। ਇੱਕ ਦਿਨ ਮਕਾਨ ਲਿਆ, ਜਿਸ ਮਕਾਨ ਦੇ ਵਿੱਚ ਸਮਾਨ ਰੱਖਿਆ, ਸ਼ਾਮ ਦੇ ਟਾਈਮ ਨੂੰ ਛੱਡ ਕੇ ਆਪਣੇ ਮੈਂ ਘਰ ਵਾਪਸ ਆਇਆ। ਉਹਨੇ ਮੈਨੂੰ ਇਹ ਗੱਲ ਕੀਤੀ ਕਿ ਸ਼ਾਮ ਦੇ ਟਾਈਮ ਨੂੰ ਕਿ ਤੂੰ ਮੇਰੇ ਨਾਲ ਨਹੀਂ ਰਹਿ ਸਕਦਾ। ਅੱਛਾ। ਮੈਂ ਕਿਹਾ ਚਲੋ ਠੀਕ ਹੈ, ਮੈਂ ਨਹੀਂ ਰਹਿ ਸਕਦਾ। ਤੇ ਉਹਨੇ ਕਿਹਾ ਠੀਕ ਹੈ। ਵੱਲਾ ਆਲਮ ਉਹਦੇ ਜ਼ਿਹਨ ਦੇ ਵਿੱਚ ਕੀ ਸੀ ਕੀ ਨਹੀਂ ਸੀ। ਠੀਕ ਹੈ। ਲੇਕਿਨ ਖੋਟ ਹੈ ਸੀ ਉਹਦੇ ਦਿਲ ਦੇ ਵਿੱਚ। ਕੀ ਖੋਟ ਸੀ? ਇਸ ਗੱਲ ਦਾ ਸੁਬਾਹ ਪਤਾ ਲੱਗਿਆ ਕਿ ਜਦੋਂ ਮੈਂ ਰੱਖ ਕੇ ਸਮਾਨ ਵਾਪਸ ਆ ਗਿਆ, ਰਾਤ ਮੈਂ ਆਪਣੇ ਘਰ ਦੇ ਵਿੱਚ ਗੁਜ਼ਾਰੀ ਹੈ ਤੇ ਸਵੇਰ ਦੇ ਟਾਈਮ ਨੂੰ 9 ਵਜੇ ਮੈਨੂੰ ਫੋਨ ਆ ਗਿਆ ਕਿਰਾਏਦਾਰ ਦਾ, ਨਾ ਤੁਹਾਡੀ ਉੱਥੇ ਸਮਾਨ ਹੈ, ਨਾ ਤੁਹਾਡੀ ਬੀਵੀ ਹੈ, ਨਾ ਉੱਥੇ ਜਿਹੜਾ ਕੋਈ ਹੈ ਲੈਣੀ ਨਾ ਦੇਣੀ। ਇਹ ਤੁਹਾਡਾ ਕੀ ਮਾਜਰਾ, ਕੀ ਚੱਕਰ ਹੈ, ਕੀ ਹੈ? ਠੀਕ। ਮੈਂ ਕਿਹਾ ਮੈਂ ਆਪਣੇ ਘਰ ਆਇਆ ਹਾਂ, ਮੈਨੂੰ ਨਹੀਂ ਪਤਾ, ਮੈਂ ਛੱਡ ਕੇ ਆਇਆ ਉੱਥੇ, ਮੈਂ ਤੁਹਾਨੂੰ ਫੋਨ ਕਰਕੇ ਜਿਹੜਾ ਨਾ ਪਤਾ ਕਰਕੇ ਦੱਸਦਾ। ਉਦੋਂ ਫੋਨ ਕੀਤਾ, ਫੋਨ ਬੰਦ ਜਾ ਰਿਹਾ। ਉਹਨੇ ਕਿਸੇ ਹੋਰ ਜਗ੍ਹਾ ਤੇ ਪਤਾ ਨਹੀਂ ਕਿੱਥੇ ਰੱਖ ਲਿਆ ਸਮਾਨ, ਕਿੱਥੇ ਨਹੀਂ ਰੱਖ ਲਿਆ, ਮੈਂ ਨਹੀਂ ਜਾਣਦਾ ਸੀ। ਅਗਲੇ ਦਿਨ ਫਿਰ ਦੁਬਾਰਾ ਸਾਰਾ ਦਿਨ ਨੰਬਰ ਬੰਦ ਰਿਹਾ। ਜਦੋਂ ਬੰਦ ਰਿਹਾ, ਹੁਣ ਦੁਬਾਰਾ ਅਗਲੇ ਦਿਨ ਨੰਬਰ ਫਿਰ ਔਨ ਕੀਤਾ ਉਹਨੇ, ਫਿਰ ਮੈਨੂੰ ਰਾਬਤਾ ਕੀਤਾ। ਦੂਸਰਾ ਮਕਾਨ ਚੇਂਜ ਕਰ ਲਿਆ ਤੇ ਮੈਂ ਉੱਥੇ ਜਿਹੜਾ ਮਕਾਨ ਤੋਂ ਬਹੁਤ ਚੇਂਜ ਕੀਤੇ ਨੇ। 10 ਕਤਲ ਕਿਸ ਤਰ੍ਹਾਂ ਕੀਤਾ? ਹੁਣ ਅਸਲ ਗੱਲ ਆ ਲਾ ਨਾ, ਮਕਾਨ ਵੀ ਚੇਂਜ ਕਰ ਲਏ, ਤੈਨੂੰ ਉਹਦੇ ਤੇ ਇਤਬਾਰ ਵੀ ਨਹੀਂ ਰਿਹਾ। ਹੁਣ ਅਸਲ ਗੱਲ ਆ ਲਾ ਨਾ, ਕਤਲ ਕਿੱਥੇ ਕੀਤਾ ਲਿਜਾ ਕੇ? ਕਤਲ ਮੈਂ ਆਪਣਾ ਰਿੰਗ ਰੋਡ ਦੀ ਐਂਡ ਵਾਲੀ ਸਾਈਡ ਤੇ ਗੱਡੀ ਤੇ ਲੈ ਕੇ ਗਿਆ ਉਹਨੂੰ? ਗੱਡੀ ਤੇ ਲੈ ਕੇ ਗਿਆ। ਕਿਹਦੀ ਗੱਡੀ ਸੀ? ਗੱਡੀ ਉੱਥੇ ਦੀ ਸੀ ਅਸਲਮ ਚੱਠਾ ਸਾਹਿਬ ਦੀ। ਉਹ ਜਿਹਦੇ ਕੋਲ ਡਰਾਈਵਰ ਸਨ? ਹਾਂਜੀ, ਉਹਨਾਂ ਦੀ ਗੱਡੀ ਲੈ ਗਿਆ? ਹਾਂਜੀ। ਤੇਰੇ ਨਾਲ ਗਈ? ਮੇਰੇ ਨਾਲ। ਕਿਸ ਤਰ੍ਹਾਂ ਰਿੰਗ ਰੋਡ ਤੇ ਕਿਸ ਤਰ੍ਹਾਂ ਕੀਤਾ ਉਹਨੂੰ ਕਤਲ? ਕਿਹਦੇ ਨਾਲ ਗਲਾ ਕੱਟਿਆ ਉਹਦਾ? ਛੁਰੀ ਦੇ ਨਾਲ ਕੱਟਿਆ। ਛੁਰੀ ਦੇ ਨਾਲ ਕੱਟਿਆ। ਫਿਰ ਸੁੱਟ ਕਿੱਥੇ ਦਿੱਤਾ? ਰਿੰਗ ਰੋਡ ਦੀ ਬੈਕ ਸਾਈਡ ਦੇ ਨਾਲ ਹੀ ਰਿੰਗ ਰੋਡ ਸੁੱਟ ਦਿੱਤਾ। ਤੇ ਉਹਦੇ ਬਾਅਦ ਉਹਨੂੰ ਆਪਣਾ ਸੁੱਟ ਕੇ ਤੇ ਤੂੰ ਘਰ ਚਲਾ ਗਿਆ? ਉਹਨਾਂ ਨੂੰ ਗੱਡੀ ਦਿੱਤੀ ਤੇ ਕਿੰਨੇ ਦਿਨ ਬਾਅਦ ਫੜਿਆ ਗਿਆ? ਤਕਰੀਬਨ ਕੋਈ 23 ਦਿਨਾਂ ਬਾਅਦ। 23 ਦਿਨਾਂ ਬਾਅਦ ਛੱਡ ਗਿਆ ਸਭ ਤੋਂ? ਨੌਕਰੀ ਕਰਦਾ ਰਿਹਾ? ਨਹੀਂ, ਮੈਂ ਨੌਕਰੀ ਕਰਦਾ ਰਿਹਾ। ਅੱਛਾ। ਤੇ ਉਹ ਪ੍ਰੈਗਨੈਂਟ ਸੀ? ਤੈਨੂੰ ਪਤਾ ਸੀ ਹਾਮਲਾ ਸੀ? ਹਾਂ, ਪ੍ਰੈਗਨੈਂਟ। ਉਹਨੇ ਤੈਨੂੰ ਦੱਸਿਆ ਸੀ? ਸੀ। ਤੈਨੂੰ ਸ਼ਰਮ ਨਹੀਂ ਆਈ ਕਿ ਇੱਕ ਹਾਮਲਾ ਔਰਤ, ਇੱਕ ਮਾਸੂਮ ਬੱਚਾ ਤੇਰਾ ਬੱਚਾ ਸੀ? ਨਹੀਂ, ਉਹ ਮੇਰਾ ਬੱਚਾ ਨਹੀਂ ਸੀਗਾ, ਕਿਉਂਕਿ ਜਿਸ ਟਾਈਮ ਉਹ ਮੇਰੇ ਕੋਲ ਗਈ ਸੀਗੀ ਤਾਂ ਉਹ ਪ੍ਰੈਗਨੈਂਟ ਨਹੀਂ ਸੀ। ਮੈਂ ਚੈੱਕ ਕਰਵਾਇਆ ਸੀਗਾ ਉਹਨੂੰ। ਚੈੱਕ ਕਰਵਾਉਣ ਤੋਂ ਬਾਅਦ ਮੈਂ ਉਹਨਾਂ ਦੀ ਜਿਸ ਟਾਈਮ ਉਹਦੀ ਪ੍ਰੈਗਨੈਂਸੀ ਦੀ ਮੈਨੂੰ ਖਬਰ ਲੱਗੀ ਸੀ, ਮੈਂ ਉਹਦੇ ਵਾਲਦ ਨਾਲ ਵੀ ਲੜਿਆ ਸੀ, ਉਹਦੇ ਭਰਾ ਨਾਲ ਵੀ ਲੜਿਆ ਸੀ। ਕਿੰਨੇ ਮੰਥ ਦੀ ਹਾਮਲਾ ਸੀ ਉਹ? ਕੋਈ ਤਕਰੀਬਨ 5-6 ਮਹੀਨੇ ਦੀ ਹਾਮਲਾ। ਅੱਛਾ। ਉਹਨੇ ਤੈਨੂੰ ਦੱਸਿਆ ਕਿ ਉਹ ਪ੍ਰੈਗਨੈਂਟ ਹੈ? ਹਾਂ, ਫਿਰ ਦੱਸਿਆ ਉਹਨੂੰ ਪ੍ਰੈਗਨੈਂਟ। ਤੇ ਤੂੰ ਉਦੋਂ ਤੇਰਾ ਦਿਲ ਦੇ ਵਿੱਚ ਕੋਈ ਖੌਫ ਨਹੀਂ ਆਇਆ ਕਿ ਇੱਕ ਔਰਤ ਪ੍ਰੈਗਨੈਂਟ ਹੈ ਔਰ ਇੱਕ ਇਨਸਾਨ ਨੂੰ ਐਸੇ ਮਾਰ ਰਹੇ ਆ ਔਰ ਉਹਦੇ ਨਾਲ ਇੱਕ ਛੋਟਾ ਮਾਸੂਮ ਬੱਚਾ ਹੈ, ਉਹਨੂੰ ਮਾਰ ਰਿਹਾ? ਬਹੁਤ ਹੈਗਾ ਸੀਗਾ, ਲੇਕਿਨ ਇਸ ਗੱਲ ਦਾ ਹੈ ਕਿ ਜਿਸ ਦਿਨ ਮੈਂ ਵਕੂਆ ਕੀਤਾ ਉਸ ਤੋਂ ਅਗਲੇ ਦਿਨ ਜਿਹੜਾ ਨਾ ਉਹ ਐਸੇ ਬਿਲਾਲ ਦੇ ਨਾਲ ਰਾਤ ਹੀ ਸਾਰੀ ਰਾਤ ਫਿਰਦੀ ਰਹੀ ਹੈ। ਅੱਛਾ। ਅਗਰ ਤੂੰ ਕਹਿੰਦਾ ਤੇਰਾ ਬੱਚਾ ਨਹੀਂ ਸੀ ਤੇ ਕਿਹਦਾ ਸੀ? ਜਾਂ ਇਹਦਾ ਵਾਲਦ ਦਾ ਸੀਗਾ ਤੇ ਜਾਂ ਉਹਦੇ ਜਿਹੜਾ ਉਹ ਆਸ਼ਿਕ ਦਾ ਸੀਗਾ, ਕਿਉਂਕਿ ਜਿਸ ਟਾਈਮ ਮੇਰੇ ਕੋਲ ਗਈ ਹੈ ਉਸ ਟਾਈਮ ਅਸੀਂ ਟੈਸਟ ਵਗੈਰਾ ਕਰਵਾਏ ਸਨ। ਮੇਰੀ ਕਹਿੰਦੀ ਤਬੀਅਤ ਖਰਾਬ ਹੈ, ਮੈਂ ਟੈਸਟ ਕਰਵਾਉਣੇ ਨੇ। ਮੈਂ ਟੈਸਟ ਕਰਵਾਉਣ ਲਈ ਲੈ ਕੇ ਗਿਆ। ਉਹਨਾਂ ਟੈਸਟਾਂ ਵਾਲਿਆਂ ਨੇ ਕਿਹਾ ਕਿ ਜੀ ਇਹ ਪ੍ਰੈਗਨੈਂਟ ਨਹੀਂ ਹੈ, ਇਹਦੇ ਅੰਦਰ ਸੋਜ਼ਿਸ਼ ਹੈ, ਜਦੋਂ ਤੱਕ ਇਹ ਸੋਜ਼ਿਸ਼ ਕਲੀਅਰ ਨਹੀਂ ਹੋਏਗੀ ਇਹ ਪ੍ਰੈਗਨੈਂਟ ਨਹੀਂ ਹੋ ਸਕਦੀ। ਅੱਛਾ। ਕੁਝ ਅਰਸਾ ਬਾਅਦ ਮੈਨੂੰ ਇਹਨੇ ਖੁਦ ਹੀ ਗੱਲ ਕੀਤੀ, ਉਹਦੀ ਵਾਲਦਾ ਨੇ ਵੀ ਦੱਸਿਆ ਕਿ ਅਸੀਂ ਪ੍ਰੈਗਨੈਂਟ ਹੈ। ਤੇ ਮੈਂ ਇਹਨਾਂ ਦੇ ਘਰੇ ਰੌਲਾ ਪਾ ਦਿੱਤਾ, ਮੈਂ ਕਿ ਵੀ ਇਹ ਕਿਸ ਤਰੀਕੇ ਪ੍ਰੈਗਨੈਂਟ ਹੋ ਗਈ। ਠੀਕ ਹੈ। ਅੱਛਾ, ਦੱਸ ਕੇ ਹੁਣ ਤੈਨੂੰ ਕੋਈ ਪਛਤਾਵਾ ਹੈ? ਪਛਤਾਵਾ ਮੈਨੂੰ ਇਸ ਟਾਈਮ ਕੋਈ ਨਹੀਂ।
ਕੋਈ ਪਛਤਾਵਾ ਨਹੀਂ, ਕੋਈ ਦੁੱਖ ਨਹੀਂ, ਕਿਉਂਕਿ ਉਹਨੇ ਮੇਰੀ ਤੇਰੀ ਇੱਜ਼ਤ ਬੱਚਿਆਂ ਦੀ ਦਾ ਮਾਂ ਸੀ। ਬੱਚਿਆਂ ਦੀ ਮਾਂ ਹੈ ਸੀ, ਇਸ ਗੱਲ ਦਾ ਮੈਨੂੰ ਖੌਫ ਹੈ। ਲੇਕਿਨ ਮੈਂ ਵੀ ਤਾਂ 3 ਸਾਲ 2 ਸਾਲ ਇਸ ਗੱਲ ਤੋਂ ਹੀ ਬਰਦਾਸ਼ਤ ਕੀਤਾ ਕਿ ਮੈਨੂੰ ਸ਼ਾਇਦ ਹੋ ਸਕਦਾ ਅੱਜ ਸੁਧਰ ਜਾਏ। ਤੂੰ ਮੁਤਮਿਨ ਹੈ? ਮੁਕਮਿਨ ਕਾਫੀ ਦਿੱਤੇ ਨੇ ਮੌਕੇ। ਤੂੰ ਮੁਤਮਿਨ ਹੈ ਹੁਣ ਸਜ਼ਾ ਭੁਗਤਣ ਵਾਸਤੇ ਤਿਆਰ ਹੈ? ਮੈਨੂੰ ਸਜ਼ਾ ਭੁਗਤਣ ਵਾਸਤੇ ਤਿਆਰ। ਤੂੰ ਜੋ ਕੀਤਾ ਹੈ ਠੀਕ ਕੀਤਾ? ਮੈਂ ਜੋ ਕੀਤਾ ਠੀਕ ਕੀਤਾ। ਮੈਂ ਆਪਣੀ ਤੇਰੀ ਇੱਜ਼ਤ ਕੋਈ ਨੂੰ ਗਲਤੀ ਬਾਰ-ਬਾਰ, ਮੇਰੀ ਗਲਤੀ ਇਹ ਗੱਲ ਹੈ ਕਿ ਮੈਂ ਇਨਸਾਨੀਅਤ ਦਾ ਜਿਹੜਾ ਹੈ ਕਤਲ ਕੀਤਾ। ਲੇਕਿਨ ਇੱਕ ਗੱਲ ਨੂੰ ਵੇਖਾਂ ਕਿ ਮੈਂ ਆਪਣੇ ਆਪ ਨੂੰ ਸ਼ਰਮਿੰਦਗੀ ਦੀ ਨਜ਼ਰ ਨਾਲ ਮੈਂ ਦੇਖਦਾ ਕਿ ਮੇਰੇ ਦੇ ਅੰਦਰ ਇੱਕ ਅਹਿਸਾਸ ਹੈ ਕਿ ਮੈਂ ਕਦੀ ਉਹਦੇ ਹੱਥ ਨਹੀਂ ਚੁੱਕਿਆ ਸੀਗਾ। ਕਾਫੀ ਸਮਝਾਇਆ ਸੀ ਉਹਦੇ ਵਾਲਿਦ ਨੂੰ ਵੀ, ਭਰਾ ਨੂੰ ਵੀ, ਸਾਰਿਆਂ ਨੂੰ ਸਮਝਾਇਆ ਸੀਗਾ ਕਿ ਇਸ ਗੱਲ ਤੋਂ ਇਹਨੂੰ ਹਟਾ ਲਓ ਨਾ। ਮੈਂ ਉਹਨੂੰ ਕਦੀ ਮਾਰਿਆ ਸੀ। ਸਮਝਾਉਣ ਦੀ ਜ਼ੁਬਾਨ ਦੇ ਵਿੱਚ ਹੁੰਦਾ ਕਿ ਬੰਦਾ ਸਮਝ ਜਾਏ, ਇੱਕ ਸੱਚਾ ਇਨਸਾਨ ਹੁੰਦਾ। ਲੇਕਿਨ ਜੇ ਅਗਰ ਨਾ ਸਮਝ ਸਕੇ, ਅਗਲੇ ਬੰਦੇ ਨੂੰ ਬਾਰ-ਬਾਰ ਧੋਖਾ ਦੇਣਾ, ਉਹਨੂੰ ਇੰਨਾ ਕੁ ਜਲਾਉਣਾ ਕਿ ਉਹਦੇ ਜਜ਼ਬਾਤ ਵਿੱਚ ਹੀ ਕਾਬੂ ਨਹੀਂ ਰਹਿ ਜਾਂਦਾ। इंचार्ज इन्वेस्टिगेशन सुंदर हैं जी हसन जाहिद हमारे साथ। इनसे पूछते हैं कि जो मुलजमान मौक़िफ़ अख्तियार करता है कि उसने गैरत के नाम पे अपनी बीवी को कत्ल किया, पुलिस की तफ्तीश क्या कहती है, मुलजिम ने किस तरह से वारदात की और अब तक की इन्वेस्टिगेशन में क्या कुछ सामने आया है। बहुत शुक्रिया हसन साहब आपका। हसन साहब, ये जो अपनी हामला बीवी को कत्ल करने वाला मुलजिम है, क्या इंकशाफात किए इसने? शेख साहब, इसके जो महरक़ात हैं वो इस तरह हैं कि पिछले महीने एक नामालूम डेड बॉडी मिलती है जिसकी गला जो है उसको भी कटा जाता है और दोनों साइड जो नब्ज़ें हैं वो भी काटी जाती हैं। रायगढ़ थाने में उसका पर्चा दर्ज होता है। पुलिस उसकी पहचान के लिए कार्रवाई शुरू कर देती है। अल्टीमेटली फिर उसकी जब शनाख्त होती है, उसके लवाहिकीन वहाँ पर पहुँचते हैं तो वो उस डेड बॉडी को शनाख्त कर लेते हैं। उसके बाद जो चीज़ मंजर आम पे आती है वो ये है कि इस लड़की की अगवा के मुतल्लिक़ थाना सुंदर में मुकदमा दर्ज था। तो वहाँ से ये तमाम जो मुकदमा था वो यहाँ पर शिफ्ट हो गया क्योंकि पहली FIR यहाँ पर थी। उसके बाद मुलज़मान नॉमिनेट किए गए मुद्दई की तरफ से उनकी तलाश शुरू की गई और अल्लाह ताला ने जो है वो कामयाबी दी। इसमें रेवेंट की टीम भी साथ थी और साथ हमारे इस थाने की टीम थी। SP साहब की सरबराही में काफ़ी ज़्यादा इस पर मेहनत वर्कआउट किया गया और असल मुलज़िम तक पुलिस पहुंची। शहजाद जो जुनैरा का साबका खावंद है, इसने तलाक उसको दे दी हुई थी, उसने इसको मर्डर किया। जब इसकी तफ्तीश की गई तो उसने जो चीज़ें बतलाईं वो काफ़ी शॉकिंग थी और किसी का कत्ल करना एक बज़ाते खुद गैर इंसानी हरकत है। तो इसने बड़ी बेदर्दी से उस हामला खातून जुनैरा को मर्डर किया, उसका गला काटा और उसकी दोनों नब्ज़ें काटी और उसको अड्डा प्लाट के पास रिंग रोड के एंड पर फेंक दिया। ये जो मौक़िफ़ इख्तियार करता है कि जी उसके मुझे किरदार का शक था और मैं उसे सेटिस्फाई नहीं था इस हवाले से, तो ये बातें मुलज़मान करते हैं। लेकिन यह है कि वो इज़्ज़त का मसला तब आता जब उसकी ये बीवी होती, लेकिन इसने तलाक दे दी हुई थी तो उसके बाद फिर ऐसा जवाज़ कोई नहीं बनता था। ठीक है, तो मज़ीद तफ्तीश इससे जारी है। ठीक है। अच्छा, इसने कत्ल जब इसने तलाक दे दी तो फिर इसकी बीवी इसके पास क्या करने आई? ये कहाँ से उसको लेकर रिंग रोड पे जाता है और गला काट देता है, नब्ज़ काट देता है और लाश को फेंक के फ़रार हो जाता है? शेख साहब, ये इस बच्ची के अगवा का पर्चा पिछले साल नवंबर का दर्ज था इस थाने में। तो लड़की गायब थी, मंजर आम पर नहीं थी। पुलिस उसको तलाश करती रही है और इसको भी तलाश करती रही है। ये उस मामले में भी नॉमिनेट किया गया था मुद्दई की तरफ से, लेकिन ये भी मंजर आम पर नहीं आया। और जो हालात वाक़िअत हैं उनसे यही सामने आता है कि ये उस लड़की को कहीं साइड पर लेकर ये रह रहे थे जहाँ के किसी के शनाख्त में नहीं थे या किसी को पता नहीं था इनके मुतालिक। ठीक, पता तभी लगा जब वो लाश बरामद हुई और तफ्तीश का आगे आगाज़ हुआ। वो तलाक के बाद किस तरह रह रहे थे, क्यों रह रहे थे, तो इस चीज़ के मुतल्लिक़ भी तफ्तीश जारी है, जिसके मुतल्लिक़ भी कोई माकूल जवाब नहीं ये दे पाता। अच्छा, ये बताएं कि मुलज़िम ये इल्ज़ाम लगाता है, किरदार कशी करता है अपनी बीवी की कि वो करैक्टरलेस थी, इस वजह से उसने उसको कत्ल किया। तो आपकी जो पुलिस की हिरासत में है मुलज़िम, उसने क्या बयान दिया है कि वाकई ऐसा था या कुछ ऐसे शवाहिद या ऐसी कोई तफ्तीश में चीज़ सामने आई है? देखिए, इसकी लव मैरिज थी इस खतून के साथ और इसके बच्चे भी हैं उसमें से, और ये हामला भी थी लड़की।
ये अब कुछ मौक़िफ़ इख्तियार कर रहा है इस हवाले से कि ये करैक्टर लेस थी या कुछ ऐसा मामला था, लेकिन अभी तक कोई तस्दीक शुदा बात सामने नहीं आई। और अगर आए भी तो इस मुलज़म की उससे इज़्ज़त की खातर कत्ल करने का जवाज़ नहीं बनता, क्योंकि वो इसकी बीवी रही नहीं। जब इसकी बीवी नहीं थी तो फिर इसकी इज़्ज़त का खातर इसको कत्ल करना भी नहीं बनता था। ठीक है, तो कानून तो वैसे भी इस चीज़ की इजाज़त नहीं देता कि अगर गैरत के नाम पे भी उसको कत्ल करता है तो इसको ये हक हासिल नहीं है। जी बिल्कुल, ये हमारा कानून भी ये कहता है, हमारा मज़हब भी ये कहता है कि अगर किसी ऐसे मामलात हैं तो फैमिली इंटरफेयर किया जा सकता है, कुछ मजहबी तौर पर इंटरफेरेंस हो सकती है, तो ये रास्ते इख्तियार किए जा सकते हैं, ना कि किसी को कत्ल ही कर दिया जाए। ये एक ज़्यादा जो है वो शॉकिंग बात थी। ठीक है, अच्छा असद साहब ये बताएं कि जो मुलजिम है, हमने बारहा कोशिश की कि जो मकतूला के लवाहिकीन हैं उनसे रब्ता करें कि वो आकर कोई बात करें, वो भी कोई बात नहीं करना चाहते। क्या वजह है कि सुतेला बाप जो है वो इस मुकदमे में मुद्दई है, क्यों सामने नहीं आ रहे? क्या उनकी वजह है, कोई मजबूरी है या कोई इज़्ज़त की खातिर सामने नहीं आ रहे? कुछ उनकी कोई अवेलेबिलिटी के मतलब कोई हो सकती है मजबूरी, लेकिन वो मुकदमे में साथ चल रहे हैं, उनको पता है सारे इन महरक़ात के बारे में, और मज़ीद तफ्तीश भी जारी है। कोई अगर शक के दायरे में कोई मज़ीद लोग हैं तो उनको भी अमले तफ्तीश किया जाएगा और मेरिट पे किया जाएगा फ़ैसला इसका। तो इंशाल्लाह ताला इसमें कोई ऐसा, और जो मुद्दई है मुकदमे का वो किसी इसके माँ बाप को या वालिदैन में से या बहन भाई में से किसी को जो है वो शरीके जुर्म बनाना चाहते हैं? जी देखें, शक किसी पर भी किया जा सकता है, लेकिन दौरान तफ्तीश जो भी हक़ाइक़ सामने आएंगे पुलिस ने उस पर जो है वो जो अपना वर्क है उस पर करना है। अगर हक़ाइक़ में जितने भी बंदे आएंगे इस मामले में सामने कि ये इस कत्ल करने में शामिल हैं तो उनको ज़रूर कैफ़रे किरदार तक पहुँचाया जाएगा और उनको जो है वो इस मुकदमे में चालान किया जाएगा। मोहब्बत की शादी का क्या यही अंजाम होता है? मोहब्बत की शादी करने वाला शोहर अपनी हामला बीवी को कत्ल कर देता है। नफ्सियाती तौर पर इसके क्या मसाइल हो सकते हैं, क्या महरक़ात हो सकते हैं, ये सुन लेते हैं माहिर नफ्सियात की ज़ुबानी। कत्ल के लिए तो कोई वजह जो है वो काफ़ी नहीं हो सकती, चाहे कुछ भी हो जाए, क्योंकि अगर उसमें बदकारी भी है तो उसके लिए भी आपको 4 सबूत चाहिए। उन 4 सबूतों के बगैर तो आप उस औरत को बदकार नहीं करार दे सकते। सो इसका मतलब ये है कि कत्ल किसी सूरत भी आप उसको जस्टिफाई नहीं कर सकते हो, चाहे गलत था या सही था जो भी। बट अगर हम उसके कुछ सोशल और साइकोलॉजिकल एस्पेक्ट्स के ऊपर बात करें तो उसमें जो सबसे इम्पॉर्टेंट चीज़ है कि सोशली हम देखते हैं कि हमारे यहाँ पे लोगों को एतमाद करना नहीं सिखाया जाता, और ख़ास तौर पे जो औरत फिगर है उसके ऊपर एतमाद करना लोगों को लगता है कि ये यानी लोग अपनी माँ पे एतबार करते हैं, इसके अलावा वो किसी और औरत के ऊपर वो उस तरह से एतबार नहीं करते जिस तरह से कि वो अपनी माँ के ऊपर एतबार करते हैं। एंड देन जो है ये देखा जाता है कि जब कोई औरत उनकी ज़िंदगी का हिस्सा बन जाती है तो अक्सर जब इवन ये आप तो स्टोरी बता रहे हैं जो कि रिसेंटली हुई, तो मैं क्लाइंट्स मेरे पास जो आते हैं मेरे क्लिनिक के ऊपर, तो उनसे बात करते करते अक्सर ये बात हो जाती है कि यानी इस तरह के एक्स्ट्रा मैरिटल रिलेशनशिप्स के बारे में जब लोग आके बात करते हैं तो मैं अक्सर वो उनको जस्ट टटोलने के लिए ये बात ज़रूर उनसे पूछती हूँ कि आपको क्या लगता है कि वो औरत जब आज़ाद थी बिल्कुल, जब उसका कोई उसके ऊपर कोई बंदिश नहीं थी, वो किसी के निकाह में नहीं थी, अगर उसने उस वक़्त कुछ गलत नहीं किया, अगर वो कह रही है तो अगर उसने कुछ गलत नहीं किया तो जब अपॉर्चुनिटी थी तब नहीं गलत किया, तो अब वो किस तरह से गलत कर सकती है? यानी अब मसलन हम समटाइम्स जो है सिर्फ देखी हुई चीज़ों के ऊपर एतबार करना ज़्यादा पसंद करते हैं और फिर उसी के मुताबिक अपनी एक कहानी बनाते हैं और उस कहानी को हम अपने हिसाब से जो है चलाना शुरू कर देते हैं। हालांकि उसकी कोई शायद अगर आप उस बंदे से पूछ लें, आराम से बात कर लें, तो आपको फैक्ट्स एंड फिगर्स जो है पता चल जाएंगे कि बेसिकली किसी भी बंदे से किसी का बात करने का पर्पस क्या था, क्या रीज़न्स थी। कुछ और चीज़ें जो मैं देखती हूँ कि हमारे यहाँ पे लोग जो है लोगों को बहुत ज़्यादा लिवरेज दे देते हैं, यानी वो लोग जो कि उनकी ज़िंदगी का बहुत अहम हिस्सा होते हैं। लिवरेजेस तो बहुत सारी होती हैं मगर ज़रूरत से ज़्यादा चीज़ें जो होती हैं वो हमेशा नुकसानदेह होती हैं। जैसे आप अपने फेसबुक और सोशल मीडिया का पासवर्ड अपने पार्टनर्स को, अपने स्पाउस को, अपनी बीवी को, अपने शोहर को दे देते हैं,
जस्ट टू मेक देम श्योर कि जी आप बहुत प्यार करते हैं उनसे। ये प्यार का, मोहब्बत का और लॉयल्टी का कोई क्राइटेरिया नहीं है कि आप उनको ये कहना शुरू कर देंगे जी आप मुझे चेक कर सकते हैं, और फिर आप सम टाइम लोग चेक भी करते हैं कि जी इसके मोबाइल के ऊपर चीज़ें जो है चेक की जाए। द थिंग इज़ दिस कि जिस बंदे को जब आप किसी को इस तरह के पासवर्ड्स और अपनी बड़ी पर्सनल इन्फॉर्मेशन में गेट इन करने की कोशिश करते हैं, उनको लेके आते हैं, तो सम टाइम्स ऐसा होता है कि कोई एक रॉन्ग नंबर, कोई एक गलत मैसेज जिसका आपके साथ कोई ताल्लुक़ नहीं है, वो मैसेज आ जाता है आपको। अब आपको पता है कि उसका पर्सपेक्टिव क्या है, वो कहाँ से आया, वो कौन है, क्या है और बातचीत क्या है, मगर वो बंदा जिसको आपने अपना पासवर्ड दिया हुआ, जिसकी रिसाई जो है वो आपके सोशल मीडिया, आपके मोबाइल तक है, उसको वो पर्सपेक्टिव नहीं पता। अब उसको वो पर्सपेक्टिव नहीं पता, जब वो मैसेज जो है वो पढ़ेगा, देखेगा, तो यकीनी तौर पर उसके जहन में बहुत सारे डाउट्स जो हैं वो पैदा होंगे। अब हम इतने अच्छे हैं कि उन डाउट्स को क्लियर नहीं करते, बल्कि उनको पकाते हैं, उनके पीछे पड़ जाते हैं कि ये डाउट हमने सच साबित करना है। और अल्लाह ताला का वैसे ही फरमान है कि अपने जहनों में गुमान अच्छे रखा करो, क्योंकि बहुत सारे गुमान जो हैं वो सच हो जाते हैं। तो और इसके साथ ये भी होता है कि आप जिस चीज़ की तलाश में लग जाते हैं वो आपको कहीं ना कहीं मिल जाती है। तो जब आप अपने पार्टनर को गलत साबित करने की ठान लेते हैं, तो फिर कहीं ना कहीं कोई ना कोई ऐसी चीज़ जो है बिल्डअप ज़रूर होना शुरू हो जाती है जो कि आपको लगे कि यही है, क्योंकि आपने पूछा नहीं होता, उससे क्लैरिटी नहीं ली हुई होती। सो ये बहुत सारी जो वजूहात है कि एक तो ट्रस्ट करना नहीं सोशली सिखाया जाता ऑपोजिट जेंडर के ऊपर, हम डाउट्स पैदा करते हैं, हम लोगों को बताते हैं बाकायदा तौर पे मर्दों पे एतबार नहीं करना या औरतों पे एतबार नहीं करना, ये हमारी ट्रेनिंग का बहुत हम देखते हैं कि हिस्सा होती है इस तरह की चीज़ें जो है। जब आप डाउट्स लोगों को सिखाते हैं तो एतबार कैसे कर सकते हैं। देन कम्स इन साइकोलॉजिकल एस्पेक्ट्स जो हैं हमारे। साइकोलॉजिकल एस्पेक्ट्स में एक बंदा जिसको पैरानोया होता है, पैरानोया का मतलब ये होता है कि वो बंदा जिसको शक करने की बीमारी होती है और ये शक उसके बस में नहीं होता, ये उसकी बीमारी की वजह से हो रहा होता है या फिर पैरानोइड शख्सियत भी होती है। अब दोनों ही जो हैं उनके बस में शक करना नहीं है, ये उनकी बीमारी की वजह से हो रहा होता है और वो शक कर रहे होते हैं किसी पे भी। और किसी भी वो बंदा होगा ख़ास तौर पे जिस पे शक किया जा सकता है, मसलन बीवी, बहन, शोहर, जिन पे शक हो सकता है उनके ऊपर शक होना जो है वो हो जाता है। और ये शक सिर्फ ये नहीं हो सकता कि ये बदकिरदारी में कोई भी इंसान जो है वो है, ये भी हो सकता है कि मुझे मारना चाहते हैं, मुझसे जेलस हैं, मेरी चीज़ों को जो है ये उस तरह से अप्रिशिएट नहीं करते, यानी किसी भी तरह का शक जो है वो हो सकता है। बट हमारी सोसाइटी में जो चीज़ें बहुत ज़्यादा कॉमन नज़र आती हैं, हर जगह की जो साइकोलॉजिकल बीमारियाँ होती हैं ना वो वहाँ के एनवायरनमेंट के हिसाब से होती हैं। हमारे इन्वायरमेंट में क्योंकि बीवियों के ऊपर अक्सर शक करना बड़ा आसान एक जो है वो चीज़ होती है, बड़ी आसानी से ये चीज़ें फ्रजाइल बहुत है ना ये रिलेशनशिप, बड़ी आसानी से आप इसके ऊपर शक कर सकते हैं। तो हमारे यहाँ पे पैरानोया अक्सर आपको बीवी पे शक करते हुए, शोहर पे शक करते हुए नज़र आता है। मुख्तलिफ दुनिया में मुख्तलिफ जगहों पे ये मुख्तलिफ तरह से होता है, मगर हमारा क्योंकि कल्चर इस तरह के, इसलिए यहाँ पे इस तरह से। अब वो शक जो है, जिस तरह आप ये भी केस बता रहे हैं, प्रॉबली जिस तरह आपने मुझे उसकी कुछ चीज़ों के बारे में बताया है, हो सकता है कि उसको पैरानॉइड बीमारी हो, विच आई एम नॉट श्योर ऑफ। मैं सिर्फ जो आपने इन्फॉर्मेशन मुझे बताई है मैं उसके मुताबिक ये बात कर रही हूँ, क्योंकि इस बीमारी में इंसान जो है वो किसी ख़ास तौर पर अपने स्पाउस के ऊपर जो है वो शक करता है और उस शक में वो किसी भी हद तक जा सकता है। जैसे इसमें भी आपने बताया कि वो उसके सौतेले बाप के साथ भी इसको एसोसिएट कर रहा था कि उसके साथ भी इसका ताल्लुक होगा। सो दिस कैन बी वन ऑफ द रीज़न्स जो कि उस पर शक करता था। हाँ, अब जब आप शक कर लेते हैं किसी इंसान के ऊपर और क्योंकि आप उससे मोहब्बत के साथ हैं और आपको अंदर गुस्सा, शक भी है, मोहब्बत भी है, और अब आपको गुस्सा पल रहा है अंदर कि इस बंदे ने मेरे साथ बेवफाई की है, उसके इफ़ेक्ट में जो है आप इस हद तक जा सकते हैं कि आप अगले बंदे को कत्ल कर दें। देन अगेन कत्ल की कोई जस्टिफिकेशन नहीं है, इट इज़ ये गुनाह है, गलत है, जुर्म है, तो ये जो है। सो ये 2-3 रीज़न्स जो हैं वो हो सकती हैं जिसकी वजह से शक व शुबहात पैदा हो सकते हैं। देन अगेन जो है साइकोलॉजिकल वजूहात की वजह से भी लोग इस तरह के मसाइल का शिकार हो जाते हैं। ऑन द अदर हैंड मैं ये समझती हूँ कि जो हमारा काउंटर पार्टनर होता है, जैसे उसकी वाइफ है, आई डोंट नो, अगर उसके शोहर ने उससे पूछा होगा या कुछ ऐसी चीज़ें भी यूजुअली हो जाती हैं कि आप बहुत क्लैरिटी से अगले बंदे को जवाब नहीं देते हैं, बहुत क्लैरिटी से आप उस बंदे को सेटिस्फाई नहीं करते। तो जब आप उसको सेटिस्फाई नहीं करते तो उसका जो दिमाग में क्वेश्चन होता है आपके लिए, जो क्वेरी होती है, जो शक आ रहा होता है, वो अनएड्रेस्ड रह जाता है। जब वो अनएड्रेस्ड रह जाता है तो फिर वो पकता है
और अल्टीमेटली इस तरह के बहुत सारे केसेस की शक्ल में हमें नज़र आता है। सर, जो लोग खुद अंदर से इनसिक्योर होते हैं अपने लिए, अपने बारे में, मसलन अगर किसी इंसान की बीवी खूबसूरत है तो उसको हर वक्त हमारे यहाँ पे इस कल्चर में धड़का लगा रहता है जी इसको छोड़ के चली जाएगी। क्यों छोड़ के जाएगी? अगर आपके अपने अंदर जो एक स्पाउस की अच्छी चीज़ें होती हैं, वो अगर आप अपनी बीवी को बिल्कुल उस तरह से एक अच्छे शोहर की तरह से उसको केटर कर रहे हैं, सारा कुछ कर रहे हैं, तो वो क्यों छोड़ेगी आपको? सवाल ये फ़िक्र आपको तब होता है जब आप अंदर से खुद खाली होते हैं, जब आपका अपना सेल्फ इमेज जो है वो बहुत नीचे होता है, यानी आप अपने आप को उतना अच्छा नहीं समझते जितना आपका स्पाउस आपके ख्याल में अच्छा होता है। तो जब आप अपना कंपैरिजन उसके साथ करते हैं तो आप कहीं ना कहीं अपने आप को नीचे पाते हैं। जब वो नीचे पाते हैं तो आपका इनसिक्योरिटी लेवल जो है वो बढ़ जाता है और फिर शक व शुबहात, लड़ाइयाँ, सारा कुछ जो है वो चीज़ें होना शुरू हो जाती हैं। बेसिकली ये आता आपके अपने आप की वजह से, क्योंकि आपका अपना सेल्फ इमेज, आपका अपना जो है सेल्फ इस्टीम जो है, यानी खुद अपने बारे में आप अपने आप को कैसे समझते हैं और अपनी जो सेल्फ रिस्पेक्ट होती है आपकी, वो बहुत कम होती है। तो इसलिए फिर आप दूसरे लोगों को, क्योंकि वो आपसे थोड़े से कहीं ना कहीं बेहतर होते हैं और आपको लग भी रहे होते हैं, तो फिर आपकी इनसिक्योरिटीज़ जो हैं बढ़ती हैं। अगर हम इससे भी पीछे चले जाएं, ये इनसिक्योरिटीज़ उस वक्त पैदा होती हैं जब आप छोटे बच्चे होते हैं, बहुत, जब आपके अटैचमेंट और आपके अपने बहन भाइयों के साथ, माँ बाप के साथ रिलेशनशिप बनने का टाइम होता है। आपके माँ बाप के साथ आपका रिलेशनशिप कैसा है, ये बहुत सारी चीज़ें डिफ़ाइन करता है। या आपके इर्द गिर्द के रिलेशनशिप्स को, आपके अपने बहन भाइयों के साथ रिलेशनशिप्स को, आपके स्पाउस के साथ अपने रिलेशनशिप को डिफ़ाइन करता है कि जी अगर आपका अपने माँ बाप के साथ रिलेशनशिप बहुत अच्छा रहा है तो डेफ़िनेटली आप कोशिश ये करेंगे कि आपका अपने स्पाउस के साथ भी रिलेशनशिप अच्छा रहे। मगर माँ बाप के साथ अच्छा रिलेशनशिप का मतलब जो यहाँ पे मैं बात कर रही हूँ वो ये नहीं है कि जी आपने, जैसे हमारे यहाँ पे अक्सर ये देखा जाता है कि शादी के बाद भी हम अपने बच्चों को इजाज़त नहीं देते कि वो अपनी ज़िंदगी गुजार सकें। हम चाहते हैं कि जी वो हमारे हिसाब से ही चीज़ों को चलाएं, विच इज़ रॉन्ग एक्चुअली, क्योंकि आपने शादी की है उस बंदे की, उसको ये आज़ादी दी है कि वो एक इंडिविजुअल है, वो अपनी मर्ज़ी से अपनी ज़िंदगी गुजार सकता है और वो एक फ़ैमिली को लीड करने के काबिल है अब, तो उसको ये अपॉर्चुनिटी और एतमाद दें। मगर हमारे यहाँ पे असल में जब शादियाँ हो जाती हैं तो माँ इनसिक्योर हो जाती हैं कि उनके बेटे चले गए। तो ये इनसिक्योरिटी बेसिकली हमारी सोसाइटी में कहीं ना कहीं इनबिल्ट है कि कहीं ना कहीं जो लोग हैं वो अपने ही रिश्तों के खो जाने के ऊपर इनसिक्योर हैं। अगर आपका अपने औलाद के साथ, अपने माँ बाप के साथ एक इनसिक्योर रिलेशनशिप है तो आपका अपने पार्टनर के साथ भी इनसिक्योर रिलेशनशिप होता है। ये था आज का जुर्म अंजाम, जिसमें एक सफाक कातिल अपनी हामला बीवी को किस तरह से कत्ल करता है। पुलिस की इन्वेस्टिगेशन क्या कहती है और मुलजिम का क्या मौक़िफ़ है, सब कुछ आपको दिखाया आज के इस प्रोग्राम में। नए प्रोग्राम तक के लिए मुझे दीजिए इजाज़त। अल्लाह निगहबान।